ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਔਰ ਮੇਰੇ ਨਾਲ ਦੋ ਬਿਹਤਰੀਨ ਕਲਾਕਾਰ ਨੇ ਪੰਜਾਬ ਦੇ, ਸੁਖਵਿੰਦਰ ਸੁੱਖੀ ਵੰਗਾ ਮੇਚ ਨਾ ਆਈਆਂ ਤੇ ਬਿੱਟੂ ਖੰਨੇ ਵਾਲਾ। ਇਹ ਦੋ ਐਸੇ ਨਾਂ ਨੇ ਜਿਨ੍ਹਾਂ ਨੂੰ ਧਿਆਨ 'ਚ ਰੱਖਦਿਆਂ ਹੀ ਸੰਗੀਤਕ ਲਹਿਰਾਂ ਬ੍ਰੇਨ 'ਚ ਉੱਠਣੀਆਂ ਸ਼ੁਰੂ ਹੋ ਜਾਂਦੀਆਂ। ਮੈਂ ਦੋਨਾਂ ਨੂੰ ਜੀ ਆਇਆਂ ਆਖਦਾ। ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਚੰਗਾ ਲੱਗ ਰਿਹਾ, ਅਸੀਂ ਰੋਜ਼ ਸਿਆਸਤ ਘੋਟੀ ਜਾਂਦੇ ਆ, ਲੇਕਿਨ ਇੱਕ ਹੋਰ ਸਵਾਲ ਜਿਹੜਾ ਪਿਛਲੇ ਦਿਨਾਂ 'ਚ ਬਿੱਟੂ ਖੰਨੇ ਵਾਲਾ ਆਪਣੀ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਕਰਦੇ ਆ ਕਿ ਰੌਸ਼ਨੀਆਂ ਦੀ ਚਕਾਚੌਂਧ ਦੇ ਪਿਛਲੇ ਸਿਆਹ ਰੰਗ ਜਿਹੜੇ ਨੇ, ਜਿਹੜੇ ਪਿੱਛੇ ਜੋ ਦਿਸਦੇ ਨਹੀਂ ਪਰਦੇ ਉਹਲੇ ਵਾਲੇ, ਉਹ ਕਰੂਪ ਚਿਹਰਾ ਹੈ। ਸਿਆਸਤਾਂ ਕਲਾਕਾਰਾਂ ਨੂੰ ਲੈ ਕੇ ਵੀ ਹੁੰਦੀਆਂ ਨੇ, ਕਲਾਕਾਰਾਂ ਦੀ ਆਪਣੀਆਂ ਵੀ ਸਿਆਸਤਾਂ ਨੇ। ਬੜੇ ਕਲਾਕਾਰ ਜਿਹੜੇ ਆ ਉਹ MP MLA ਬਣ ਗਏ, ਵਜ਼ੀਰ ਬਣਨ ਤੱਕ ਪਹੁੰਚ ਗਏ, ਲੇਕਿਨ ਜਿਨ੍ਹਾਂ ਦੇ ਢਿੱਡ ਨਹੀਂ ਤੁਰਦੇ, ਜਿਨ੍ਹਾਂ ਦਾ ਰੋਟੀ ਇਹਨਾਂ ਦਿਨਾਂ 'ਚ ਰੁਕ ਗਈ ਆ ਕਰੋਨਾ ਨੂੰ ਲੈ ਕੇ, ਉਹ ਜ਼ਿਕਰ ਕਰਨ ਲੱਗੇ ਆ। ਇਹਨਾਂ ਦੇ ਸੱਭਿਆਚਾਰਕ ਮੰਤਰੀ ਚਰਨਜੀਤ ਸਿੰਘ ਚੰਨੀ ਕੈਪਟਨ ਨੂੰ ਵਕਤ ਪਾਈ ਫਿਰਦੇ ਆ। ਅੱਜ ਕੈਪਟਨ ਨੇ ਮੋੜਵਾ ਹੱਲਾ ਕੀਤਾ। ਦੋਨਾਂ ਕਲਾਕਾਰਾਂ ਨੂੰ ਮੈਂ ਇੱਕ ਵਾਰੀ ਨਾਲ ਲਵਾਂ। ਔਰ ਸੁੱਖੀ ਜੀ ਮੈਨੂੰ ਦੱਸਿਓ, ਬਿੱਟੂ ਖੰਨਾ ਵਾਲਾ ਆਖਦੇ ਨੇ ਕਿ ਜਿਹੜੇ ਇਹ ਮਸਲੇ ਨੇ ਇਹ ਕੋਈ ਤਰਜੀਹ ਹੀ ਨਹੀਂ, ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ, ਅਸੀਂ ਜੀਏ ਮਰੀਏ। ਤੁਹਾਡੇ ਤੋਂ ਸ਼ੁਰੂ ਕਰ ਲਾਂ। ਸੱਚੀਓ ਤਸਵੀਰ ਇਹੀ ਹੈ ਕਿ ਬਹੁਤੇ ਕਲਾਕਾਰ ਤੇ ਉਹਨਾਂ ਦੇ ਸਜਿੰਦੇ ਤੇ ਸਾਥੀ ਰੋਟੀ ਖਣੋ ਆਤਰ ਨੇ? ਜੀ ਬਿਲਕੁਲ ਰੰਧਾਵਾ ਸਾਹਿਬ, ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਇਹ ਮੁੱਦਾ ਚੁਣਿਆ, ਸਾਨੂੰ ਦਰਸ਼ਕਾਂ ਦੇ ਰੂਬਰੂ ਕਰ ਰਹੇ ਹੋ। ਹਮੇਸ਼ਾ ਤੁਸੀਂ ਬੜੇ ਸਾਰਥਕ ਮੁੱਦੇ ਲੈ ਕੇ, ਕਰੰਟ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਉਹਨਾਂ ਨੂੰ ਪਹੁੰਚਦਾ ਕਰਦੇ ਹੋ, ਡਿਸਕਸ਼ਨ ਕਰਦੇ ਹੋ। ਬਿਲਕੁਲ ਤੁਹਾਡੀ ਗੱਲ ਸਹੀ ਆ। ਦੇਖੋ ਰੰਧਾਵਾ ਸਾਹਿਬ, ਕਿ ਦੁਕਾਨਦਾਰ ਆ, ਜੇ ਦੁਕਾਨ ਖੋਲੂਗਾ ਤਾਂ ਕੁਛ ਕਮਾਊਗਾ, ਤੇ ਜਿਹੜਾ ਉਹਦੇ ਨਾਲ ਕਰਿੰਦਾ ਕੰਮ ਕਰਦਾ ਹੈ ਤਾਂ ਜੇ ਦੁਕਾਨਦਾਰ ਦੇ ਘਰੇ ਕੁਛ ਜਾਊਗਾ ਤਾਂ ਜਿਹੜਾ ਉਹਦੇ ਨਾਲ ਸੰਗੀ ਸਾਥੀ ਨੇ, ਉਹਦੇ ਦੁਕਾਨ ਤੇ ਕੰਮ ਕਰਨ ਵਾਲੇ ਨੇ, ਤੇ ਉਹਨਾਂ ਦੇ ਪੱਲੇ ਵੀ ਕੁਛ ਪਊਗਾ, ਉਹ ਵੀ ਕੁਛ ਨਾ ਕੁਛ ਉਹਦੇ ਘਰੇ ਲੈ ਕੇ ਜਾਣਗੇ, ਉਹਨਾਂ ਦਾ ਪਰਿਵਾਰ ਵੀ ਤੁਰੂਗਾ। ਸੇਮ ਜਿਹੜਾ ਇਹ ਗੱਲ ਸਾਡੇ ਕਲਾਕਾਰ ਖੇਤਰ ਦੇ ਵਿੱਚ ਵੀ ਲਾਗੂ ਹੁੰਦੀ ਹੈ। ਇੱਕ ਕਲਾਕਾਰ ਜੇ ਪ੍ਰੋਗਰਾਮ ਤੇ ਜਾਊਗਾ ਤਾਂ ਉਹਦੇ ਨਾਲ ਸਾਊਂਡ ਵੀ ਜਾਊਗਾ, 8-10 ਬੰਦੇ ਸਾਊਂਡ ਵਾਲੇ ਵੀ ਹੋਣਗੇ, 8-10 ਸਾਜੀ ਵੀ ਹੋਣਗੇ, ਹੈਲਪਰ ਵੀ ਹੋਣਗੇ। ਤੇ ਆਈ ਉੱਥੇ ਜਿੱਥੇ ਉਹ ਪ੍ਰੋਗਰਾਮ ਤੇ ਜਾਊਗਾ, ਜੇ ਮੇਲੇ ਦੇ ਪ੍ਰੋਗਰਾਮ ਤੇ ਜਾਂਦਾ, ਉੱਥੇ ਰੇਹੜੀਆਂ ਵੀ ਲੱਗਣਗੀਆਂ, ਕੋਈ ਚੀਜ਼ ਵੇਚਣ ਵਾਲਾ ਆਊਗਾ, ਜਲੇਬੀਆਂ ਵਾਲਾ ਵੀ ਆਊਗਾ, ਉੱਥੇ ਪਕੌੜੇ ਬਣਾਉਣ ਵਾਲਾ ਵੀ ਆਊਗਾ, ਤੇ ਝੂਲਿਆਂ ਵਾਲਾ ਵੀ ਆਊਗਾ। ਇੱਕ ਇਹ ਪੂਰਾ ਸਰਕਲ ਹੈ, ਜਿਹਦੇ ਇੱਕ ਘਰੋਂ ਕਈ ਘਰਾਂ ਦਾ ਕਈ ਘਰ ਚੱਲਦੇ ਨੇ, ਇੱਕ ਘਰ ਤੋਂ ਕਈ ਘਰ ਚੱਲਦੇ ਨੇ। ਜੋ ਕਰੋਨਾ ਦੀ ਮਾਰ ਪਿਛਲੀ ਮਾਰਚ ਤੋਂ ਇਹ ਰੰਧਾਵਾ ਸਾਹਿਬ ਸ਼ੁਰੂ ਹੋਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਕਰੋਨਾ ਥੋੜਾ ਜਿਹਾ ਘਟਿਆ, ਫਰਕ ਪਿਆ, ਕੋਈ ਕੁਛ ਸ਼ੁਰੂ ਹੋਇਆ ਕੰਮ, ਤੇ ਉਸ ਤੋਂ ਬਾਅਦ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ। ਬਹੁਤ ਵੱਡੀ ਇੱਕ ਦੁਖਾਂਤ ਮੈਂ ਕਹਿ ਸਕਦਾ ਸਾਡੇ ਪੰਜਾਬ ਦੇ ਲਈ, ਸਾਡੀ ਕਿਸਾਨੀ ਦੇ ਉੱਪਰ ਜਿਹੜਾ ਦੁੱਖ ਟੁੱਟਿਆ, ਕੁਝ ਕਲਾਕਾਰਾਂ ਨੇ ਸਹਿਯੋਗ ਕੀਤਾ। ਉਦੋਂ ਵੀ ਇੱਕ ਤਰ੍ਹਾਂ ਦਾ ਕੰਮ ਠੱਪ ਹੋ ਗਿਆ, ਕਿਉਂਕਿ ਅਸੀਂ ਜਿਹੜੇ ਲੋਕ ਆ, ਕੋਈ ਸ਼ਹਿਰਾਂ 'ਚ ਜਾਂ ਗਾਉਣ ਵਾਲੇ ਨਹੀਂ, ਸਾਡੀ ਅਸੀਂ ਲੋਕ ਇੱਕ ਲੋਕਾਂ ਵਾਲੇ ਪਿੰਡਾਂ ਵਾਲੇ ਗਾਇਕ ਆ, ਪਿੰਡਾਂ ਵਾਲੇ ਸਾਨੂੰ ਜ਼ਿਆਦਾ ਬੁਲਾਉਂਦੇ ਨੇ। ਉਹ ਕੰਮ ਕਿਉਂਕਿ ਸਾਡਾ ਸਾਰਾ ਕਿਸਾਨ ਭਾਈਚਾਰਾ, ਸਾਰੇ ਲੋਕ ਬਾਰਡਰਾਂ ਤੇ ਬਿਜ਼ੀ ਹੋ ਗਏ, ਉਦੋਂ ਕੰਮ ਫੇਰ ਠੱਪ ਹੋ ਗਿਆ। ਉਹ ਥੋੜਾ ਜਿਹਾ ਉਹ ਠੀਕ ਹੋਇਆ, ਉਸ ਤੋਂ ਬਾਅਦ ਫੇਰ ਕਰੋਨਾ ਨੇ ਆ ਕੇ ਸਾਨੂੰ ਦੱਬ ਲਿਆ। ਤੇ ਅੱਜ ਗੱਲ ਤੁਹਾਡੀ ਬਿਲਕੁਲ ਸਹੀ ਹੈ, ਜਿਹੜੀ ਸਾਡੀ ਕਲਾਕਾਰ ਟੋਟਲ ਭਾਈਚਾਰਾ ਹੈ, ਇਹਦੇ ਨਾਲ ਜੁੜੇ ਜਿੰਨੇ ਵੀ ਇਹਦੇ ਨਾਲ ਜੁੜੇ ਸਾਡੇ ਸੰਗੀ ਸਾਥੀ ਨੇ, ਸਹਿਯੋਗੀ ਨੇ, ਅੱਜ ਉਹ ਸੰਕਟਮਈ ਦੌਰ ਦੇ ਵਿੱਚੋਂ ਲੰਘ ਰਹੇ ਨੇ। ਅੱਜ ਮੈਨੂੰ ਲੱਗਦਾ ਇੱਕ ਲਗਜ਼ਰੀ ਲਾਈਫ ਜਿਉਣਾ ਤੱਕ ਦੂਰ ਦੀ ਗੱਲ ਹੈ, ਵੀ ਹਰ ਇੱਕ ਨੂੰ ਆਪਦਾ ਚੁੱਲ੍ਹਾ ਇੱਕ ਜਗਾਉਣਾ ਵੀ, ਚੁੱਲ੍ਹਾ ਬਾਲਣਾ ਵੀ ਔਖਾ ਲੱਗਦਾ। ਰੋਜ਼ਮਰਰਾ ਦੀਆਂ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ ਉਹ ਵੀ ਔਖੀਆਂ ਹੋ ਗਈਆਂ ਪੂਰੀਆਂ ਕਰਨੀਆਂ। ਤੇ ਖਾਸ ਕਰਕੇ ਜਿਹੜੇ ਸਾਡੇ ਸਾਜੀ ਨੇ, ਸਾਊਂਡ ਵਾਲੇ ਨੇ, ਸਾਲ 1.5 ਸਾਲ ਜੇ ਰੰਧਾਵਾ ਸਾਹਿਬ ਇੱਕ ਕਿਸੇ ਬੰਦੇ ਦਾ ਇੱਕ ਜਿਹੜਾ ਇਨਕਮ ਸੋਰਸ ਆ, ਇੱਕ ਸਾਲ ਹੀ ਆਪਾਂ ਬੰਦ ਕਰ ਦਈਏ, ਇੱਕ ਇੰਪਲਾਈ ਨੂੰ ਸਾਲ 1.5 ਸਾਲ ਤਨਖਾਹ ਨਾ ਮਿਲੇ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਉਹ ਕਿੱਦਾਂ ਜੀਵਨ ਬਸਰ ਕਰੂਗਾ। ਅੱਜ ਅਸੀਂ ਉਸ ਤਰ੍ਹਾਂ ਦਾ ਜੀਵਨ ਬਸਰ ਕਰ ਰਹੇ ਨੇ ਸਾਡੇ ਕਲਾਕਾਰ, ਵੀ ਉਹ ਸਾਲ 1.5 ਸਾਲ ਤੋਂ ਉਹਨਾਂ ਦੀ ਤਨਖਾਹ ਬੰਦ ਹੈ। ਉਹ ਆਪਾਂ ਬੈਂਕਾਂ ਦੇ ਕੋਈ, ਜਿਵੇਂ ਹੰਸ ਭਾਜੀ ਨੇ ਗੱਲ ਕਹੀ ਸੀ ਜਦੋਂ ਕੇਦੀਪ ਜੀ ਦਾ ਪਤਾ ਲੈਣ ਆਏ, ਵੀ ਠੀਕ ਆ ਕਲਾਕਾਰਾਂ ਨੂੰ ਲੋਕ ਪਿਆਰ ਕਰਦੇ ਨੇ, ਇਹਨਾਂ ਦੀ ਲਾਈਫ ਥੋੜੀ ਜਿਹੀ ਲਗਜ਼ਰੀ ਹੁੰਦੀ ਆ, ਪਰ ਉਹ ਕਹਿੰਦੇ ਨੇ ਦਿਖਾਵਾ ਵੱਧ ਹੁੰਦਾ, ਅੰਦਰੋਂ ਥੋੜੀ ਜਿਹੀ ਲਿਫਾਫੇਬਾਜ਼ੀ ਹੁੰਦੀ ਆ। ਮੈਨੂੰ ਜਦੋਂ ਹੁਣ ਇਸ ਦੌਰ ਚੋਂ ਗੁਜ਼ਰੇ ਆ, ਕਈ ਕਲਾਕਾਰਾਂ ਦਾ ਅਸੀਂ ਹਾਲ ਦੇਖਿਆ ਇਸ ਇੰਡਸਟਰੀ ਦੇ ਵਿੱਚ, ਚਾਹੇ ਸਾਡੇ ਜੋ ਚਲੇ ਗਏ ਜਾਂ ਅੱਜ ਕਈ ਹੈਗੇ ਵੀ ਨੇ, ਤਾਂ ਉਹ ਲੱਗਦਾ ਵੀ ਸੈੱਟ ਥੋੜੀ ਨੇ, ਵੀ ਬਾਹਲੀ ਲਿਫਾਫੇਬਾਜ਼ੀ ਆ, ਕਿਉਂਕਿ ਕਰਨੀ ਪੈਂਦੀ ਆ, ਕਿਉਂਕਿ ਇਹ ਪ੍ਰੋਫੈਸ਼ਨ ਹੈ ਏਦਾਂ ਦਾ, ਵੀ ਲੋਕਾਂ ਨੂੰ ਸਾਨੂੰ ਦਿਖਾਵਾ ਕਰਨਾ ਪੈਂਦਾ। ਇਹ ਜ਼ਰੂਰੀ ਹੈ ਪ੍ਰੋਫੈਸ਼ਨ ਦੇ ਵਿੱਚ, ਇਹ ਸ਼ੋਅ ਬਿਜ਼ਨਸ ਹੈ, ਇਹਦੇ ਚ ਦਿਖਾਵੇ ਬਿਨਾਂ ਸਰਦਾ ਨਹੀਂ। ਗੱਲ ਇਹ ਹੈ ਕਿ ਮਹਾਮਾਰੀ ਜਿਹੜੀਆਂ ਇਹ ਮਹਾਮਾਰੀਆਂ ਨੇ, ਇਹ ਆਉਂਦੀਆਂ ਨੇ ਜਾਂ ਆ ਵੀ ਸਕਦੀਆਂ, ਲੇਕਿਨ ਉਸ ਮੌਕੇ ਤੇ ਕੋਈ ਬਾਂਹ ਫੜਨ ਵਾਲਾ ਨਾ ਹੋਵੇ, ਇਹ ਹੋਰ ਤਕਲੀਫ ਦੇ ਹੁੰਦਾ। ਇਹ ਜ਼ਿਆਦਾ ਖਤਰਨਾਕ ਚੀਜ਼ ਹੈ। ਦੇਖੋ ਜੀ ਰੰਧਾਵਾ ਸਾਹਿਬ, ਦੇਖੋ ਇੱਕ ਪਰਿਵਾਰ ਦਾ ਮੁਖੀ ਹੈ, ਉਹਨੂੰ ਪਤਾ ਹੁੰਦਾ ਹੈ ਵੀ ਮੇਰੇ ਮਾਂ-ਬਾਪ ਦੀਆਂ ਕੀ ਜ਼ਰੂਰਤਾਂ ਨੇ, ਜੇ ਉਹਦੀ ਵਾਈਫ ਆ ਉਹਦੀਆਂ ਕੀ ਜ਼ਰੂਰਤਾਂ ਨੇ, ਬੱਚੇ ਦੀਆਂ ਕੀ ਜ਼ਰੂਰਤਾਂ ਨੇ, ਉਹ ਕਿਵੇਂ ਪੂਰੀਆਂ ਕਰਨੀਆਂ ਨੇ। ਇੱਕ ਤਾਂ ਜਿਹੜਾ ਸਾਡਾ ਸਟੇਟ ਦਾ ਮੁਖੀ ਹੈ,
ਉਹ ਸਾਡੇ ਪਰਿਵਾਰ ਦਾ ਮੁਖੀ ਸਮਝ ਕੇ ਆਪਾਂ ਨੂੰ ਸਮਝ ਸਕਦੇ ਹਾਂ। ਤੇ ਜਿਹੜੇ ਸਾਡੇ ਲੀਡਰ ਨੇ, ਸਾਡੇ ਪੋਲੀਟੀਕਲ ਲੋਕ ਨੇ, ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਸਾਡਾ ਜਿਹੜੇ ਵੱਖਰੇ ਵੱਖਰੇ ਵਰਗ ਸਾਡੇ ਸਮਾਜ ਦਾ ਹਿੱਸਾ ਨੇ, ਸਾਡੇ ਰਾਜ ਦੇ ਲੋਕ ਰਹਿੰਦੇ ਨੇ, ਤੇ ਉਹਨਾਂ ਦਾ ਪ੍ਰੋਫੈਸ਼ਨ ਕੀ ਹੈ, ਉਹਨਾਂ ਦੀ ਰੋਜੀ ਰੋਟੀ ਕਿਵੇਂ ਚੱਲਦੀ ਹੈ, ਜੇ ਸ਼ਾਮ ਨੂੰ ਉਹਨਾਂ ਦਾ ਚੁੱਲ੍ਹਾ ਬਲਦਾ ਤਾਂ ਕਿੱਥੋਂ ਬਲਦਾ। ਤੇ ਅੱਜ ਮੈਨੂੰ ਲੱਗਦਾ ਇਹਨਾਂ ਲੋਕਾਂ ਨੂੰ ਆਪਦੀਆਂ ਕੁਰਸੀਆਂ ਬਚਾਉਣ ਤੋਂ ਵਿਹਲ ਨਹੀਂ, ਆਪਦੇ ਇੱਕ ਦੂਜੇ ਨੂੰ ਠਿੱਬੀ ਲਾਉਣ ਤੋਂ ਵਿਹਲ ਨਹੀਂ, ਇੱਕ ਆਪਦੀ ਲੀਡਰੀ ਚਮਕਾਉਣ ਤੋਂ ਵਿਹਲ ਨਹੀਂ, ਤੇ ਸਿਰਫ ਇਹਨਾਂ ਨੂੰ ਦੂਜੇ ਦਾ ਕੋਈ ਫਿਕਰ ਨਹੀਂ ਵੀ ਲੋਕ ਭੁੱਖੇ ਮਰ ਜਾਣ, ਲੋਕ ਮਹਾਮਾਰੀ ਨਾਲ ਮਰ ਜਾਣ, ਵੀ ਸਾਡੀ ਕੁਰਸੀ ਕਿਵੇਂ ਬਚੇ ਰਹੇ। ਇਹਨਾਂ ਨੂੰ ਕੋਈ ਫਿਕਰ ਨਹੀਂ ਵੀ ਇੱਕ ਕਲਾਕਾਰ ਹੈ, ਇੱਕ ਮਿਊਜ਼ਿਕ ਇੰਡਸਟਰੀ ਆ, ਇੱਕ ਸਿੰਗਰ ਹੈ, ਉਹਦਾ ਪ੍ਰੋਫੈਸ਼ਨ ਸਿੰਗਿੰਗ ਆ, ਉਹ ਸਟੇਜ ਤੇ ਜਾਊਗਾ, ਕਮਾ ਕੇ ਲੈ ਆਊਗਾ, ਉਹਦਾ ਘਰ ਚੱਲੂਗਾ। ਤਾਂ ਅੱਜ ਇਹਨਾਂ ਨੂੰ ਮੈਨੂੰ ਲੱਗਦਾ ਨਹੀਂ ਪਤਾ ਵੀ ਸਾਲ ਡੇਢ ਸਾਲ ਤੋਂ ਇਹ ਲੋਕ ਘਰੇ ਬੈਠੇ ਨੇ, ਇਹਨਾਂ ਦੀ ਵੀ ਬਾਂਹ ਫੜਨੀ ਜ਼ਰੂਰੀ ਹੈ ਵੀ ਇਹਨਾਂ ਦੇ ਘਰੇ ਵੀ ਕੁਝ ਅਸੀਂ ਦੇਵਾਂਗੇ ਤਾਂ ਇਹਨਾਂ ਦਾ ਗੁਜ਼ਾਰਾ ਹੋਊਗਾ। ਇਹਨਾਂ ਨੂੰ ਮੈਨੂੰ ਲੱਗਦਾ ਇਸ ਚੀਜ਼ ਦਾ ਇਲਮ ਨਹੀਂ ਹੈ। ਬਿਲਕੁਲ ਠੀਕ ਹੈ। ਤੇ ਅੱਗੇ ਗੱਲ ਕਰਦੇ ਹਾਂ, ਬਿੱਟੂ ਜੀ ਨੂੰ ਨਾਲ ਜੋੜ ਲਈਏ। ਬਿੱਟੂ ਜੀ, ਤੁਹਾਡੇ ਗੇੜੇ ਚੰਡੀਗੜ੍ਹ ਦੇ ਔਰ ਖਾਸ ਤੌਰ ਤੇ ਮਿਨਿਸਟਰ ਦੇ ਪਿੱਛੇ ਪਿੱਛੇ ਉਲਾਰੇ ਲੱਪੇ, ਉਹ ਫਹਿਰਿਸਤ ਬੜੀ ਲੰਬੀ ਆ। ਮੈਨੂੰ ਜਿਹੜੀ ਤੁਸੀਂ ਗੈਰ ਰਸਮੀ ਗੱਲਬਾਤ 'ਚ ਗੱਲ ਦੱਸੀ, ਮੇਰਾ ਤਾਂ ਮਨ ਖਰਾਬ ਹੋਇਆ। ਇਹ 'ਚ ਕੋਈ ਦੋ ਰਾਵਾਂ ਨਹੀਂ ਕਿ ਪੰਜਾਬ ਨੂੰ ਜੇਕਰ ਪਰਿਭਾਸ਼ਿਤ ਕੀਤਾ ਤੇ ਸਿੰਗਰਸ ਨੇ ਕੀਤਾ। ਪੰਜਾਬੀ ਭਾਸ਼ਾ ਜਿਹੜੀ ਆ ਉਹ ਗੀਤਾਂ ਦੇ ਰਾਹੀਂ ਬਾਲੀਵੁੱਡ, ਹਾਲੀਵੁੱਡ ਦੇ ਵਿੱਚ ਗਈ ਆ। ਤੁਹਾਡੇ ਲੋਕ ਸਾਰੇ ਦੇ ਸਾਰੇ ਵਧਾਈ ਦੇ ਪਾਤਰ ਆ ਕਿ ਜੇ ਅਸੀਂ ਡਿਵੈਲਪਮੈਂਟ ਕੀਤੀ ਹੈ ਕੋਈ, ਤਾਂ ਇਸੇ ਮਾਮਲੇ 'ਚ ਹੋਈ ਆ, ਅਦਰਵਾਈਜ਼ ਤਾਂ ਅਸੀਂ ਪਿਛਲ ਪੈਰੀ ਗਏ ਆ। ਇਹ ਜਿਹੜੀ ਤੁਹਾਡੀ ਤਕਲੀਫ ਸੀ ਪਿਛਲੇ ਦਿਨਾਂ 'ਚ ਸੱਤਾ ਨੂੰ ਨੌਕ ਕਰਨ ਦੀ, ਲੇਕਿਨ ਅੱਗੋਂ ਹੁੰਗਾਰਾ ਨਹੀਂ ਮਿਲਿਆ, ਮੈਨੂੰ ਉਹ ਜ਼ਰਾ ਦੱਸਿਓ, ਕਿਉਂਕਿ ਤੁਹਾਡਾ ਦਰਦ ਵੱਡਾ ਹੈ। ਸਾਡੇ ਲਫ਼ਜ਼ ਤਾਂ ਸ਼ਾਇਦ ਉਹਨੂੰ ਰੂਪਮਾਨ ਨਾ ਕਰ ਸਕਣ ਜੋ ਤੁਸੀਂ ਹੰਢਾਇਆ, ਜ਼ਰੂਰ ਜ਼ਿਕਰ ਛੇੜਿਓ। ਰੰਧਾਵਾ ਸਾਹਿਬ, ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ। ਤੁਹਾਡਾ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ। ਮੇਰੇ ਨਾਲ ਲਾਈਨ ਤੇ ਲਿਆ ਤੁਸੀਂ ਸੁਖਵਿੰਦਰ ਸੁੱਖੀ, ਪੰਜਾਬ ਦਾ ਹਰਫਨ ਮੌਲਾ ਕਲਾਕਾਰ, ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ। ਸੋ ਤੁਸੀਂ ਸਵਾਲ ਬੜਾ ਗੰਭੀਰ ਕੀਤਾ ਹੈ, ਕਿਉਂਕਿ ਸਾਡੀ ਜਿਹੜੀ ਕਲਾਕਾਰਾਂ ਦੀ ਜ਼ਿੰਦਗੀ ਹੈ ਜੀ, ਅਸੀਂ ਸੰਗੀਤ ਕਹਿ ਹੰਡਾਉਨੇ ਆ, ਆਪਣੇ ਤਨ ਤੇ ਹੰਡਾਉਨੇ ਆ, ਆਪਣੀ ਰੂਹ ਨਾਲ ਹੰਡਾਉਨੇ ਆ, ਕਿਉਂਕਿ ਸੰਗੀਤ ਹੈ ਹੀ ਰੂਹ ਦੀ ਖੁਰਾਕ ਹੈ। ਮੈਂ ਗੱਲ ਕਰਨ ਜਾ ਰਿਹਾ, ਤੁਸੀਂ ਗੱਲ ਜਿਹੜੀ ਕੀਤੀ ਹੈ ਚੰਡੀਗੜ੍ਹ ਦੇ ਗੇੜਿਆਂ ਦੀ, ਪਤਾ ਨਹੀਂ ਸਾਰੇ ਕਲਾਕਾਰ ਗਾ ਵੀ ਲੈਂਦੇ ਨੇ, ਅੱਛਾ ਗਾ ਲੈਂਦੇ ਨੇ, ਸਾਡੇ ਤੋਂ ਬੜਾ ਵਧੀਆ ਗਾਉਂਦੇ ਨੇ, ਸਾਡੇ ਤੋਂ ਬੜਾ ਵਧੀਆ ਲਿਖਦੇ ਹੈ, ਪਰ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੋ ਸਕਦੀ ਹੈ। ਮੇਰੀ ਆਪਣੀ ਸੋਚ ਹੈ, ਮੈਂ ਸਮਝਦਾ ਮੈਂ ਕੁਛ ਨਾ ਕੁਛ ਜ਼ਿੰਦਗੀ 'ਚ ਦੂਜਿਆਂ ਲਈ ਕਰਨਾ ਚਾਹੁੰਦਾ। ਦੂਜਿਆਂ ਦਾ ਮਤਲਬ ਮੇਰੇ ਮੁਤਾਬਕ ਇਹ ਹੈ ਕਿ ਸਾਡਾ ਅਮਲਾ ਫੈਲਾ, ਸਾਡਾ ਆਲਾ ਦੁਆਲਾ, ਨਹੀਂ ਤਾਂ ਤੁਸੀਂ ਹਿਸਾਬ ਲਾ ਲਓ ਕਿ ਆਪਣੇ ਬੱਚੇ ਪੈਦਾ ਕਰਕੇ ਤਾਂ ਪੰਛੀ ਵੀ ਪਾਲ ਲੈਂਦੇ ਹੈ, ਪਸ਼ੂ ਵੀ ਪਾਲ ਲੈਂਦੇ ਹੈ। ਦੂਜੇ ਲਈ ਕੰਮ ਕਰਨ ਲਈ ਸਾਨੂੰ ਬਹੁਤ ਕੁਛ ਪੜ੍ਹਨਾ, ਬਹੁਤ ਕੁਛ ਆਲਾ ਦੁਆਲਾ ਦੇਖਣਾ, ਜਾਂ ਆਪਣੇ ਸਰੀਰ ਤੇ ਬਹੁਤ ਕੁਛ ਹੰਡਾਉਣਾ ਪੈਂਦਾ। ਮੈਂ ਜਿੰਨਾ ਕੁਛ ਦੇਖਿਆ ਇਸ ਦੌਰ ਦੇ ਦੌਰਾਨ, ਪਿਛਲੇ 20 ਸਾਲਾਂ ਦੇ ਦੌਰਾਨ, ਜਦੋਂ ਤੋਂ ਲੈ ਕੇ ਅਸੀਂ ਸੰਗੀਤ ਦੀ ਕਾਪੀਰਾਈਟ ਲਈ, ਪਾਇਰੇਸੀ ਲਈ ਸੰਘਰਸ਼ ਕੀਤਾ, ਉਦੋਂ ਤੋਂ ਲੈ ਕੇ, ਪਰ ਜਿਹੜੀ ਆ ਮਹਾਮਾਰੀ ਕਰੋਨਾ ਦੀ ਬਿਮਾਰੀ ਆਈ ਹੈ, ਇਹਦੇ ਵਿੱਚ ਤਾਂ ਸਾਡੇ ਹਿਰਦੇ ਵਲੂੰਦਰ ਕੇ ਰੱਖਤਾ। ਮੈਨੂੰ ਜੇ ਸੱਚ ਪੁੱਛੋ ਤਾਂ ਨੀਂਦ ਨਹੀਂ ਆਉਂਦੀ ਕਿ ਸਾਡੇ ਜਿਹੜੇ ਕਲਾਕਾਰ ਨੇ 2% ਨੂੰ ਛੱਡ ਕੇ 2% ਵੈਸੇ ਬਣਦੇ ਨਹੀਂ। ਮੈਂ ਆਪਣੇ ਲਾਈਵ ਦੇ ਵਿੱਚ 25 ਕਲਾਕਾਰ ਕਹੇ ਸੀ, 25 ਨਾ ਕਹਿ ਲਓ, 30 ਕਹਿ ਲਓ, 35 ਕਹਿ ਲਓ, ਗਿਣਤੀ ਕਰਾਂਗੇ ਤਾਂ ਸ਼ਾਇਦ 20 ਹੀ ਰਹਿ ਜਾਣ, ਕਿਉਂਕਿ ਹਰ ਬੰਦਾ ਕਹਿੰਦਾ ਕਲਾਕਾਰ ਬਹੁਤ ਹੋ ਗਏ। ਜਦੋਂ ਕਿਸੇ ਨੂੰ ਕਹੀਦਾ ਗਿਣ ਕੇ ਦਿਖਾਓ ਤੇ 10 ਤੋਂ ਵੱਧ ਗਿਣਤੀ ਤੇ ਆਉਂਦੇ ਨਹੀਂ, ਕਿਉਂ ਕਲਾਕਾਰ ਬਹੁਤੇ ਨਹੀਂ, ਬਹੁਤਾ ਜ਼ਿਆਦਾ ਰੌਲਾ ਜ਼ਿਆਦਾ। ਇਸ ਕਰਕੇ ਉਹਨਾਂ ਤੋਂ ਬਿਨਾਂ ਜਿਹੜੇ 99% ਜਾਂ 99.5% ਨੇ ਜਾਂ 98% ਨੇ, ਉਹ ਲੋਕ ਨੇ ਜਿਹੜੇ ਤਾਜੀ ਕਮਾ ਕੇ ਖਾਣ ਵਾਲੇ ਨੇ। ਉਹਨਾਂ ਦਾ ਦਰਦ ਪਿਛਲੇ 14-15 ਮਹੀਨਿਆਂ ਤੋਂ ਜੋ ਦੇਖ ਰਹੇ ਹਾਂ, ਮੈਂ ਉਦੋਂ ਵੀ ਦੱਸਿਆ ਸੀ ਕਿ ਪਹਿਲਾਂ ਤਾਂ ਸਾਨੂੰ ਬੜਾ ਕੁਛ ਸਾਡੇ ਆਲੇ ਦੁਆਲੇ ਨੇ, ਸਾਡੇ ਭਾਈਵਾਲਾਂ ਨੇ, ਪਸਲੀ ਸਹਿੰਦੀ ਵਾਲੇ ਲੋਕਾਂ ਨੇ, ਕਲਾਕਾਰਾਂ ਨੇ, ਸਾਡੇ ਹੋਰ ਦੋਸਤਾਂ ਮਿੱਤਰਾਂ ਨੇ ਸਾਡੀ ਹੈਲਪ ਕੀਤੀ ਤੇ ਅਸੀਂ ਲੱਖਾਂ ਰੁਪਇਆ ਇਕੱਠਾ ਕਰਕੇ ਇਹਨਾਂ ਸਾਡੇ ਭਾਈਚਾਰੇ ਨੂੰ, ਕਲਾਕਾਰਾਂ ਨੂੰ, ਜਾਂ ਸਾਡੇ ਸਾਜਿੰਦੇ ਵੀਰਾਂ ਨੂੰ, ਸਾਡੇ ਸੰਗੀਤਕਾਰ ਵੀਰਾਂ ਨੂੰ, ਸਾਡੇ ਗਿੱਧੇ ਭੰਗੜੇ ਦੇ ਕਲਾਕਾਰਾਂ ਨੂੰ, ਸਾਡੇ ਕਹਿਣ ਦਾ ਭਾਵ ਜਿਹੜੇ ਅਨਾਉਂਸਰ ਵੀਰ ਨੇ, ਸਟੇਜ ਦੇ ਨਾਲ ਜੁੜੇ ਹਰ ਵਰਗ ਨੂੰ, ਭਾਵੇਂ ਉਹ ਢਾਡੀ ਹੈ, ਭਾਵੇਂ ਉਹ ਕੋਈ ਵੀ ਹੈ, ਕਿਸੇ ਤਰ੍ਹਾਂ ਦਾ ਵੀ ਕਲਾਕਾਰ ਹੈ, ਜਿਹੜਾ ਬੰਦਾ ਆਪਣੀ ਰੋਜ਼ੀ ਰੋਟੀ ਸੰਗੀਤ ਤੋਂ ਚਲਾ ਰਿਹਾ, ਉਹਨਾਂ ਦਾ ਅਸੀਂ ਹੈਲਪ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਪਰ ਜਿਹੜੇ ਹਾਲਾਤ ਹੁਣ ਬਣ ਗਏ ਹੈ, ਉਹ ਤਾਂ ਸਾਡੇ ਨਾ ਦੱਸਣਯੋਗ, ਨਾ ਵੇਖਣਯੋਗ, ਜਾਂ ਨਾ ਸਹਿਣਯੋਗ ਨੇ, ਕਿਉਂਕਿ ਅੱਜ ਦੇ ਹਾਲਾਤ ਇੰਨੇ ਮਾੜੇ ਹੈ
ਕਿ ਕਲਾਕਾਰ, ਮੇਰਾ ਖਿਆਲ ਹੈ ਵੀ ਮਰਨ ਤੋਂ ਬਿਨਾ ਕੋਈ ਸਾਡੇ ਕੋਲ ਹੋਰ ਚਾਰਾ ਹੀ ਨਹੀਂ ਰਹਿ ਗਿਆ। ਸਾਡੇ ਵਰਗੇ ਕਲਾਕਾਰ ਨੇ ਜਿਹੜੇ ਛੋਟੇ ਕਲਾਕਾਰ, ਮੈਂ ਆਪਣੇ ਆਪ ਨੂੰ ਉਹਨਾਂ ਕਲਾਕਾਰਾਂ ਦੇ ਵਿੱਚ ਗਿਣਦਾ ਜਿਹੜੇ ਸਾਰੇ ਤਾਜ਼ੀ ਕਮਾ ਕੇ ਖਾਣ ਵਾਲੇ ਆ। ਸਾਨੂੰ ਅਸੀਂ ਵਿਰਸਾ ਸਾਂਭਿਆ, ਅਸੀਂ ਵਿਰਸੇ ਦੇ ਵਾਰਸ ਕਹਾਇਆ, ਪਰ ਸਾਨੂੰ ਦਿੱਤਾ ਕੀ? ਮੈਂ ਸਮਝਦਾ ਰੰਧਾਵਾ ਸਾਹਿਬ, ਸੰਗੀਤ ਬਾਬੇ ਨਾਨਕ ਦੀ ਬਾਣੀ, ਸਾਡਾ ਗੁਰੂ ਗ੍ਰੰਥ ਸਾਹਿਬ 31 ਰਾਗਾਂ ਦੇ ਵਿੱਚ ਹੈ, 9 ਧੁਨੀਆਂ ਨੇ ਬਾਣੀ ਦੇ ਵਿੱਚ। ਉਹਦੇ ਵਿੱਚ ਜਿੱਥੇ ਸਾਡੇ 6 ਗੁਰੂਆਂ ਦੀ ਬਾਣੀ ਹੈ, 15 ਭਗਤਾਂ ਦੀ ਬਾਣੀ ਹੈ, 11 ਭੱਟਾਂ ਦੀ ਬਾਣੀ ਹੈ, 4 ਸਾਡੇ ਸੂਫੀ ਫਕੀਰਾਂ ਦੀ ਬਾਣੀ ਹੈ। ਜਿੱਥੇ ਗੁਰੂ ਨਾਨਕ ਸਾਹਿਬ ਬਾਲੇ ਮਰਦਾਨੇ ਨੂੰ ਨਾਲ ਲੈ ਕੇ ਚੱਲੇ, ਉਹ ਜਦੋਂ ਕੋਈ ਕਹਿੰਦੇ ਸੀ ਕਿ ਮਰਦਾਨਿਆਂ ਛੇੜ ਰਬਾਬ, ਬਾਣੀ ਆਈ ਹੈ। ਬਾਣੀ ਆਉਣ ਦਾ ਮਤਲਬ ਸਾਡੇ ਜਿਹੜੇ ਸਾਜਿੰਦੇ ਨੇ ਉਹਨਾਂ ਤੋਂ ਬਿਨਾਂ ਅਸੀਂ ਕਿਵੇਂ ਬਚ ਜਾਾਂਗੇ ਯਾਰ। ਉਹ ਜੇ ਅੱਜ ਜਿਹੜੇ ਔਖੇ ਸਾਹ ਲੈ ਰਹੇ ਨੇ, ਉਹਨਾਂ ਤੋਂ ਬਿਨਾਂ ਸਾਡਾ ਬਚਣਾ ਔਖਾ ਹੈ। ਉਹਨਾਂ ਨੂੰ ਲੈ ਕੇ ਰੰਧਾਵਾ ਸਾਹਿਬ ਇੱਕ ਐਫਰਟ ਕੀਤੇ। ਅਸੀਂ ਪਿਛਲੇ ਸਾਲ ਮੰਤਰੀ ਸਾਹਿਬ ਨੂੰ ਮਿਲੇ, ਮੇਰੇ ਨਾਲ ਸੁਖੀ ਜੀ ਵੀ ਸੀਗੇ, ਚਰਨਜੀਤ ਚੰਨੀ ਜੀ ਨੂੰ ਅਸੀਂ ਮਿਲੇ ਆ। ਜਦੋਂ ਸਾਡੇ ਸੱਭਿਆਚਾਰਕ ਮੰਤਰੀ ਨੇ ਉਹਨਾਂ ਨੂੰ ਮਿਲਣ ਲਈ ਬੜੇ ਐਫਰਟ ਕੀਤੇ। ਚਲੋ ਮਿਲੇ। ਮਿਲਣ ਤੋਂ ਬਾਅਦ ਅਸੀਂ ਉਹਨਾਂ ਨੇ ਜੋ ਸਾਨੂੰ ਗਾਈਡ ਕੀਤਾ ਕਿ ਤੁਸੀਂ ਇੱਕ ਲਿਸਟ ਦਿਓ ਮੈਨੂੰ, ਸਾਰੇ ਪੰਜਾਬ ਦੀ ਲਿਸਟ ਤਾਂ ਬਣਾਉਣੀ ਸਾਡੇ ਕਾਹਲੀ ਦੇ ਵਿੱਚ ਔਖੀ ਸੀ। ਅਸੀਂ ਫਿਰ ਵੀ 20-25 ਹਜ਼ਾਰ ਕਲਾਕਾਰਾਂ ਦੇ ਫਾਰਮ ਭਰ ਕੇ ਉਹਨਾਂ ਨੂੰ ਦਾਖਲ ਕਰਵਾਇਆ। ਕੁਛ 65 ਸਾਲ ਤੋਂ 60 ਸਾਲ ਤੋਂ ਉੱਪਰਲੇ ਕਲਾਕਾਰ ਜਿਹੜੇ ਬਦਹਾਲੀ ਜ਼ਿੰਦਗੀ ਜੀ ਰਹੇ ਹੈ, ਉਹਨਾਂ ਲਈ ਉਹਨਾਂ ਨੇ 100 ਬੰਦੇ ਦੇ ਫਾਰਮ ਮੰਗੇ ਸੀ ਕਿ ਮੈਂ 5000 ਰੁਪਏ ਪਰਸਨਲੀ ਤੌਰ ਤੇ ਪੈਨਸ਼ਨ ਲਾ ਦੇਣਾ। ਉਹ ਅਸੀਂ ਤਕਰੀਬਨ 117-18 ਬੰਦਿਆਂ ਦੇ ਫਾਰਮ ਭਰ ਕੇ ਉਹਨਾਂ ਨੂੰ ਦਿੱਤੇ। ਜਦੋਂ 2-3 ਮਹੀਨੇ ਬਾਅਦ ਮਿਲੇ ਕਿ ਚੰਨੀ ਸਾਹਿਬ ਕੁਛ ਕਰੋ, ਤਾਂ ਚੰਨੀ ਸਾਹਿਬ ਨੇ ਜਿਹੜੀ ਆਪਣੀ ਮਜਬੂਰੀ ਸ਼ੋਅ ਕਰ ਦਿੱਤੀ ਕਿ ਸਰਕਾਰ ਦੇ ਕੋਲ ਕੱਚੀ ਕੌਡੀ ਵੀ ਨਹੀਂ, ਕਾਣੀ ਕੌਡੀ ਨਹੀਂ ਜਿਹੜੀ ਤੁਹਾਨੂੰ ਦੇ ਸਕੀਏ ਅਸੀਂ। ਬਿਲਕੁਲ ਅਸੀਂ ਉੱਥੋਂ ਬੜੇ ਨਿਰਾਸ਼ ਹੋ ਕੇ ਮੁੜੇ ਤੇ ਸੋਚਿਆ ਵੀ ਸ਼ਾਇਦ ਦੁਬਾਰਾ ਕੰਮ ਚੱਲ ਪਵੇ। ਸਾਰਾ ਸਿਆਲ ਲੰਘ ਗਿਆ ਜੀ। ਆ ਮਾੜਾ ਜਿਹਾ ਮਾਰਚ ਦੇ ਵਿੱਚ ਆਸ ਹੋਈ ਸੀ, ਕਰੋਨਾ ਦੀ ਬਿਮਾਰੀ ਫੇਰ ਆ ਘੇਰ ਲਿਆ ਸਾਨੂੰ। ਸਾਡੀ ਕੋਈ ਸੁਣਨ ਵਾਲਾ ਨਹੀਂ, ਕੋਈ ਸਾਡੀ ਬਾਂਹ ਫੜਨ ਵਾਲਾ ਨਹੀਂ। ਪਤਾ ਨਹੀਂ ਸਾਡਾ ਕੀ ਹੋਏਗਾ, ਇਹ ਸਾਨੂੰ ਅਜੇ ਪਤਾ ਨਹੀਂ ਲੱਗ ਰਿਹਾ। ਹੋ ਸਕਦਾ ਤੁਹਾਡੇ ਜ਼ਰੀਏ ਇਹ ਆਵਾਜ਼ ਸਾਡੀਆਂ ਸਰਕਾਰਾਂ ਤੱਕ ਪਹੁੰਚੇ, ਸਾਡੀਆਂ ਸਰਕਾਰਾਂ ਸਾਡੇ ਲਈ ਕੁਝ ਕਰਨ। ਮੈਂ ਸਮਝਦਾ ਜਦੋਂ ਕਿਤੇ ਮੁਗਲ ਕਾਲ ਸੀ, ਇਸ ਸੰਗੀਤ ਨੂੰ ਧਰਤੀ 'ਚ ਦੱਬ ਦਿੱਤਾ ਗਿਆ ਕਿ ਸੰਗੀਤ ਸੁਣਨ ਨੂੰ ਨਾ ਮਿਲੇ। ਉਵੇਂ ਦਾ ਵਕਤ ਦੁਬਾਰਾ ਆਇਆ। ਸ਼ਾਸਨਕਾਰ ਜਿਹੜੇ ਹੁੰਦੇ ਨੇ, ਹੁਣ ਦਾ ਸਾਡਾ ਸ਼ਾਸਨਕਾਰ ਹੈ ਮਹਾਰਾਜਾ ਅਮਰਿੰਦਰ ਸਿੰਘ, ਉਹਨਾਂ ਦੇ ਵੇਲੇ ਕਦੇ ਉਹਨਾਂ ਦੇ ਵਡੇਰੇ ਜਿਹੜਾ ਅੱਜ ਦਾ ਸਾਡਾ ਸੰਗੀਤ ਚੱਲਦਾ ਹੈ, ਉਹਨਾਂ ਦੇ ਘਰਾਣਿਆਂ ਦੇ ਨਾਮ ਤੋਂ ਚੱਲਦਾ ਹੈ। ਪਟਿਆਲਾ ਘਰਾਣਾ ਮੇਨ ਮੰਨਿਆ ਜਾਂਦਾ ਹੈ। ਉਹਨਾਂ ਘਰਾਣਿਆਂ ਦੇ ਵਿੱਚੋਂ ਪੈਦਾ ਹੋ ਕੇ ਕਲਾਕਾਰ ਅੱਜ ਆਪਣੀ ਰੋ ਰਹੇ ਨੇ, ਆਪਣੀ ਜ਼ਿੰਦਗੀ ਜੀਣ ਲਈ, ਆਪਣੇ ਸਾਹ ਲੈਣ ਲਈ, ਜਾਂ ਆਪਣੀ ਰੋਜ਼ੀ ਰੋਟੀ ਲਈ। ਮੈਂ ਕਹਿੰਦਾ ਕਿ ਮਹਾਰਾਜਾ ਸਾਹਿਬ, ਆਪਣੇ ਘਰਾਣੇ ਦੇ ਨਾਮ ਦਾ ਹੀ ਵਾਸਤਾ ਹੈ ਤੁਹਾਨੂੰ, ਤੁਹਾਡੇ ਘਰਾਣੇ ਦੇ ਨਾਮ ਦਾ ਵਾਸਤਾ ਹੈ। ਸਾਡੇ ਕਲਾਕਾਰਾਂ ਨੂੰ ਸਾਂਭੋ, ਇਹ ਸਾਡੀ ਮਜ਼ਦੂਰੀ ਦਾ ਮੁੱਲ ਪਾਓ। ਵੈਸੇ ਸੁਖੀ ਜੀ, ਤੁਹਾਨੂੰ ਲੱਗਦਾ ਹੈ ਕਿ ਇਹ ਸਰਕਾਰਾਂ ਦੇ ਵੱਸ ਦੀ ਗੱਲ ਹੈ? ਤੁਹਾਨੂੰ ਇੰਝ ਲੱਗਦਾ ਹੈ ਕਿ ਸਰਕਾਰਾਂ ਇਸ ਤਰ੍ਹਾਂ ਦਾ ਕੋਈ ਗੈਰ ਸੰਗਠਿਤ ਖੇਤਰ ਜਿਹੜਾ ਉਹਨੂੰ ਸਪੋਰਟ ਕਰਨ ਲਈ ਸੋਚਣ ਤੇ ਕਿਵੇਂ ਸੋਚਣ? ਕਦੇ ਚੰਗੇ ਦਿਨਾਂ ਦੇ ਵਿੱਚ ਜਦੋਂ ਸੁਖਾਵੇਂ ਦਿਨ ਹੁੰਦੇ ਆ, ਕਦੇ ਸਾਰੇ ਕਲਾਕਾਰਾਂ ਨੇ ਮਿਲ ਬਹਿ ਕੇ ਸੋਚਿਆ ਕਿ ਬੁਰੇ ਦੌਰ ਦੇ ਵਿੱਚ ਵੀ ਅਸੀਂ ਜੀਣਾ? ਬਹੁਤ ਸਾਰੇ ਕਲਾਕਾਰ ਐਸੇ ਜਿਹੜੇ ਇਹ ਚੱਕਾ ਚੌਂਦ ਛੱਡਣ ਤੋਂ ਬਾਅਦ ਜਦੋਂ ਬਿਰਧ ਹੋ ਜਾਂਦੇ ਆ, ਜਦੋਂ ਉਹ ਦਿਨ ਚਲੇ ਜਾਂਦੇ ਰੌਣਕਾਂ ਵਾਲੇ, ਉਸ ਤੋਂ ਬਾਅਦ ਤਕਲੀਫਾਂ 'ਚ ਦੇਖੇ ਨੇ। ਕੋਈ ਇਸ ਤਰ੍ਹਾਂ ਦੇ ਓੜ-ਪੋੜ ਸਮਾਂ ਰਹਿੰਦੇ ਆ, ਨਹੀਂ ਹੋ ਸਕਦੇ ਕਿ ਅਸੀਂ ਮੁਸ਼ਕਿਲ ਦੌਰ 'ਚ ਵੀ ਕਦੇ ਆ ਸਕਦੇ ਹਾਂ? ਰੰਧਾਵਾ ਸਾਹਿਬ, ਤੁਸੀਂ ਬੜਾ ਸੋਹਣਾ ਸਵਾਲ ਪੁੱਛਿਆ ਵੀ ਸਰਕਾਰਾਂ ਨੂੰ ਇਹ ਜਿਹੜੇ ਇਦਾਂ ਦੇ ਸਾਡੇ ਸੰਗਠਨ ਨੇ ਉਹਨਾਂ ਬਾਰੇ ਸੋਚਣਾ ਚਾਹੀਦਾ। ਦੇਖੋ, ਜੇ ਇਹਨਾਂ ਬਾਰੇ ਸੋਚਣਾ ਨਹੀਂ ਬਣਦਾ, ਫਿਰ ਅਸੀਂ ਕਲਚਰ ਫਿਰ ਤਾਂ ਡਿਪਾਰਟਮੈਂਟ ਨੇ, ਉਹਨਾਂ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨੇ, ਫਿਰ ਉਹ ਕਦ ਲਈ ਬਣਾਏ ਨੇ? ਇੱਥੇ ਆਪਣੇ ਅਕੈਡਮੀਜ਼ ਨੇ, ਆਪਣੇ ਪਾਤਰ ਸਾਹਿਬ ਸਾਡੇ ਆਪਣੇ ਚੇਅਰਮੈਨ ਰਹੇ ਨੇ ਚੰਡੀਗੜ੍ਹ, ਸਿੱਧੂ ਸਾਹਿਬ ਨੇ ਉਹਨਾਂ ਨੇ ਬਣਾਇਆ ਸੀਗਾ। ਫਿਰ ਅਸੀਂ ਇਹ ਸੰਸਥਾਵਾਂ ਬਣਾਈਆਂ ਕਦ ਲਈ ਨੇ? ਇਹਨਾਂ ਨੇ ਕੋਈ ਪੋਲੀਟੀਕਲ ਕੰਮ ਤਾਂ ਕਰਨੇ ਨਹੀਂ। ਹੁਣ ਕਲਚਰ ਫਿਰ ਕੋਈ ਮਿਨਿਸਟਰ ਹੈ, ਸੱਭਿਆਚਾਰਕ ਮਾਮਲਿਆਂ ਦਾ ਮੰਤਰੀ ਹੈ, ਤਾਂ ਉਹਦਾ ਇਹ ਵੀ ਤਾਂ ਫਰਜ਼ ਬਣਦਾ ਵੀ ਜਿਹੜੇ ਮੇਰੇ ਇਸ ਮੰਤਰਾਲੇ ਅੰਦਰ ਕੰਮ ਨੇ, ਜਾਂ ਜਿਸ ਖਿੱਤੇ ਨਾਲ ਲੋਕ ਇਸ ਜੁੜੇ ਨੇ, ਜਿੰਨਾ ਕਰਕੇ ਮੰਤਰਾਲਾ ਬਣਾਇਆ ਗਿਆ, ਤੇ ਉਹਨਾਂ ਬਾਰੇ ਸੋਚਣ ਉਹਦਾ ਫਰਜ਼ ਬਣਦਾ। ਕਿਉਂ ਨਹੀਂ ਕਰ ਸਕਦੇ? ਦੇਖੋ, ਇਹ ਸਾਡੀਆਂ ਕਈ ਪ੍ਰਾਈਵੇਟ ਸੰਸਥਾਵਾਂ ਨੇ। ਮੈਂ ਪਹਿਲੇ ਜਦੋਂ ਅਸੀਂ ਚੰਨੀ ਸਾਹਿਬ ਗਏ, ਬਿੱਟੂ ਜੀ ਵੀ ਨਾਲ ਸੀ, ਸਾਰੇ ਅਸੀਂ ਕਲਾਕਾਰ ਨਾਲ ਸੀਗੇ। ਮੈਂ ਚੰਨੀ ਜੀ ਨੂੰ ਕਿਹਾ 2 ਮਿੰਟ, ਮੈਂ ਕਿਹਾ ਜੀ ਮੈਂ ਤੁਹਾਡੇ ਨਾਲ ਪਰਸਨਲ ਗੱਲ ਕਰਨੀ ਆ। ਮੈਂ ਉਹਨਾਂ ਨੂੰ ਕਿਹਾ ਜੀ, ਮੈਂ ਕਿਹਾ ਸਾਡੇ ਇੱਕ ਫ੍ਰਿਜ਼ਨੋ ਤੋਂ USA ਤੋਂ ਪੰਜਾਬੀ ਕਲਚਰ ਐਸੋਸੀਏਸ਼ਨ ਹੈ, ਸਾਡਾ ਪੰਜਾਬ ਕਲਾਕਾਰ ਮੰਚ ਆ, ਉਹਦੇ ਥਰੂ ਉਹ 20-21 ਕਲਾਕਾਰ ਨੂੰ 2000 ਰੁਪਏ ਮਹੀਨਾ ਲਾਈਫ ਟਾਈਮ ਪੈਨਸ਼ਨ ਦੇ ਰਹੀ ਹੈ।
ਅਸੀਂ ਉਹ ਕਲਾਕਾਰ ਚੁਣੇ ਜਿਹਨਾਂ ਵਿੱਚ ਆਪਣੇ ਪੁਰਾਣੇ ਸਾਜਾਂ ਰਾਏ ਕੋਟੀ ਦਾ ਪਰਿਵਾਰ ਹੈ, ਨੀਤਾ ਸਮਾਣਾ, ਚੰਦਰਕਾਂਤਾ ਕਪੂਰ ਹੈ ਤੇ ਬਲਧੀਰ ਮਾਲਾ ਜੀ ਨੇ, ਕਿੰਨੇ ਇਹਨਾਂ ਦੇ ਕਲਾਕਾਰ, ਇੱਕ ਸਾਧੂ ਕੰਠ ਹੈ ਤੇ ਆਪਣੇ ਜਿਹੜੇ ਆਪਣੇ ਰਾਗੀ ਹੁੰਦੇ ਸੀ ਕਵੀਸ਼ਰ ਢਾਡੀ ਜਿਹੜੇ ਉੱਧਰ ਪੰਚਕੂਲੇ ਰਹਿੰਦੇ ਨੇ, ਸੁੱਖੀ ਖਾਨ ਉਹਨਾਂ ਦਾ ਬੇਟਾ, ਤੇ ਉਹਨਾਂ ਏਦਾਂ 20 ਕਲਾਕਾਰ ਨੇ। ਮਹਾਜੀ ਦੀ ਇੱਕ ਪ੍ਰਾਈਵੇਟ ਸੰਸਥਾ ਹਾਂਜੀ ਬਿਟਵੀਨ ਕੀ ਨਾਂ ਭੁੱਲ ਜਾਂਦਾ ਉਹਨਾਂ ਦਾ ਮੈਂ, ਮਾਨਕ ਸਾਹਿਬ ਨੂੰ ਵੀ ਮੇਰੇ ਖਿਆਲ ਤੁਸੀਂ ਦੇਖ ਕੇ ਮਾਨਕ ਸਾਹਿਬ ਦੇ ਇਦੂ ਸ਼ਰੀਫ ਮਾਨਕ ਸਾਹਿਬ ਦਾ ਪਰਿਵਾਰ ਹੈ ਸਾਰੇ ਅਸੀਂ 20 ਬੰਦਿਆਂ ਨੂੰ 2 ਪੈਨਸ਼ਨ ਇੱਕ ਮਹਾਜੀ ਇੱਕ ਪ੍ਰਾਈਵੇਟ ਸੰਸਥਾ ਇੰਨਾ ਕਰ ਸਕਦੀ ਹੈ। ਇੱਕ ਸਰਕਾਰ ਕਿੰਨਾ 200 ਕਲਾਕਾਰ ਨਹੀਂ ਹੋਣਾ ਇਦਾਂ ਦਾ ਸਾਡੇ ਪੰਜਾਬ ਦੇ ਵਿੱਚ ਵੀ ਜਿਨ੍ਹਾਂ ਨੇ ਨਾਂ ਬਹੁਤ ਕਮਾਇਆ, ਨਾਮਾ ਨਹੀਂ ਕਮਾ ਸਕੇ। ਉਹਨਾਂ ਨੇ ਜਿਵੇਂ ਬਰਕਤ ਸਿੱਧੂ ਜੀ ਸੀ, ਇਦਾਂ ਦੇ ਬੜੇ ਕਲਾਕਾਰ ਨੇ ਵੀ ਜਿਨ੍ਹਾਂ ਨੇ ਨਾਮਾ ਨਹੀਂ ਕਮਾਇਆ ਜਾਂ ਜਿਹੜੇ ਅੱਜ ਚੰਗੇ ਨਾਂ ਹੋਣ ਦੇ ਬਾਵਜੂਦ ਅੱਜ ਮੰਦਹਾਲੀ ਦੇ ਦੌਰ ਚੋਂ ਗੁਜ਼ਰ ਰਹੇ ਨੇ। ਵੀ ਸਰਕਾਰ ਲਈ ਕਿੱਡੀ ਕੁ ਗੱਲ ਹੈ ਜੇ ਉਹਨੂੰ 5000 ਰੁਪਏ ਪੈਨਸ਼ਨ ਵੀ ਲਾ ਦੇਵੇ। ਤੇ ਉਦੋਂ ਉਹ ਕਹਿੰਦੇ ਠੀਕ ਹੈ ਜੀ ਮੈਂ ਲਾਉਣਾ, ਜੇ ਬਿੱਟੂ ਜੀ ਪਹਿਲਾਂ ਗੱਲ ਕਰੇ ਮੈਨੂੰ ਫਾਰਮ ਭਰ ਕੇ ਦਿਓ, ਮੇਰੇ ਕੋਲ ਲੈ ਕੇ ਆਓ। ਤੇ ਉਸ ਤੋਂ ਬਾਅਦ ਉਹ ਜਦੋਂ ਗੱਲ ਚੱਲੀ ਸਾਡੇ ਨਾਲ ਸਾਡੇ ਕਈ ਬੜੇ ਸੀਨੀਅਰ ਆਰਟਿਸਟ ਵੀ ਸੀਗੇ, ਸਾਰੇ ਕਲਾਕਾਰ ਸੀ। ਉਦੋਂ ਕਿਸੇ ਨੇ ਉਹਨਾਂ ਨੂੰ ਵੱਡੇ ਕਲਾਕਾਰ ਨੂੰ ਅਪਰੋਚ ਕੀਤਾ ਜੀ ਵੀ ਏਦਾਂ ਕਿ ਚੰਨੀ ਸਾਹਿਬ ਨੇ ਪੈਨਸ਼ਨ ਦੀ ਗੱਲ ਕੀਤੀ ਹੈ ਸਾਡੇ ਕਲਾਕਾਰਾਂ ਦੇ ਵਿੱਚੋਂ। ਉਹ ਕਹਿੰਦੇ ਜੀ ਇਹਨਾਂ ਨੂੰ ਪੈਨਸ਼ਨ ਲਾਉਣ ਨੂੰ ਇਹ ਕਿਤੇ ਬਾਰਡਰ ਤੇ ਲੜ ਕੇ ਆਏ ਨੇ। ਏਦਾਂ ਦੇ ਵਿਚਾਰ ਨੇ ਸਾਡੇ ਆਪਦਿਆਂ ਦੇ, ਏਦਾਂ ਦੇ। ਮੈਂ ਚਲੋ ਨਾਂ ਨਹੀਂ ਲੈਣਾ। ਤੇ ਇਹ ਜੇ ਹੁਣ ਦੂਸਰੀ ਗੱਲ, ਜਦੋਂ ਇੱਕ ਬਿਜ਼ਨਸਮੈਨ ਹੈ ਉਹ ਕੋਈ ਵਪਾਰ ਦੇ ਲਈ ਬਿਜ਼ਨਸ ਲਈ ਲੋਨ ਲੈਂਦਾ, ਉਹਦੀ ਵੇਵ ਆਊਟ ਵੀ ਹੋ ਜਾਂਦਾ। ਉਹ ਸੈਂਟਰ ਸਰਕਾਰਾਂ ਵੀ ਕਰਦੀਆਂ ਨੇ, ਉਹਨਾਂ ਨੂੰ ਬੜੀਆਂ ਰਿਆਇਤਾਂ ਦਿੱਤੀਆਂ ਜਾਂਦੀਆਂ ਨੇ। ਹੁਣ ਠੀਕ ਆ, ਕੋਈ ਕਲਾਕਾਰ ਅੱਜ ਹਿੱਟ ਹੈ, ਉਹ ਕਿਸੇ ਕਾਰਨ ਉਹਦਾ ਕੋਈ ਐਕਸੀਡੈਂਟ ਹੋ ਗਿਆ, ਉਹਦਾ ਗਲਾ ਹੀ ਖਰਾਬ ਹੋ ਗਿਆ, ਜਿਵੇਂ ਭੈਣ ਜੀ ਰਣਜੀਤ ਕੌਰ ਸਾਡੇ ਆਂਟੀ ਜੀ ਸੀਗੇ, ਕਿ ਉਹਨਾਂ ਨੂੰ ਏਦਾਂ ਦੀ ਕੰਪਨਸੇਸ਼ਨ ਨਹੀਂ ਹੋ ਸਕਦੀ ਵੀ ਯਾਰ ਇਹ ਵਧੀਆ ਕੰਮ ਕਰਦੇ ਸੀ, ਇਹਨਾਂ ਨੇ ਅੱਛਾ ਕੰਮ ਕੀਤਾ, ਇਹਨਾਂ ਨੂੰ ਕਿਉਂ ਨਾ ਪੈਨਸ਼ਨ ਲਾਈ ਜਾਵੇ। ਤੇ ਇਹ ਬੜੀਆਂ ਛੋਟੀਆਂ ਗੱਲਾਂ ਨੇ। ਇੱਕ ਜਿਹੜੇ ਸੀਗਾ ਵੀ ਐਡੇ ਵੱਡੇ ਵਿਭਾਗ ਅਸੀਂ ਬਣਾਏ ਨੇ, ਉਹ ਕਾਹਦੇ ਲਈ ਬਣਾਏ ਨੇ? ਨਹੀਂ ਸੁਖੀ ਜੀ, ਸਵਾਲ ਇਹ ਹੈ, ਸਾਡੇ ਵਹਿੰਦਿਆਂ ਪਟਿਆਲੇ ਦੇ ਵਿੱਚ ਭਾਸ਼ਾ ਵਿਭਾਗ ਖੰਡਰ ਵਾਂਗ ਹੋ ਗਿਆ, ਨਾ ਉੱਥੇ ਉਹਦੇ ਬਚੇ ਨਾ ਉੱਥੇ ਕੰਮ ਬਚਿਆ। ਕਿਤਾਬਾਂ ਵੀ ਹੁਣ ਤਾਂ ਧੂੜ ਫੱਕਦੀਆਂ। ਜੇ ਅਸੀਂ ਦੇਖਦੇ ਹਾਂ ਸੁਰਜੀਤ ਪਾਤਰ ਸਾਹਿਬ ਨੂੰ ਬਣਾਇਆ ਜ਼ਰੂਰ ਆ, ਲੇਕਿਨ ਮੈਨੂੰ ਕਦੇ ਲੱਗਿਆ ਨਹੀਂ ਕਿ ਉਹਨਾਂ ਨੇ ਸੰਗਠਿਤ ਰੂਪ 'ਚ ਦੇਖਿਆ ਹੋਵੇ ਕਿ ਪੰਜਾਬ ਦੇ ਕਲਚਰ ਨੂੰ ਲੈ ਕੇ ਕਿਹੜੀਆਂ ਧਿਰਾਂ ਸਰਗਰਮ ਆ। ਸਿੰਗਰ ਇਕੱਲੇ ਨਹੀਂ ਗੇ, ਗਾਂ ਬੜੀਆਂ ਹੋਰ ਵਿਧਾਵਾਂ ਨੇ। ਕਦੇ ਸਰਕਾਰਾਂ ਲਈ ਇਹ ਤਰਜੀਹ ਨਹੀਂ ਰਹੀ। ਮੈਨੂੰ ਲੱਗਦਾ ਸਿਆਸਤ ਦੇ ਵਿੱਚ ਚਲਦਿਆਂ ਕਦੇ ਲੱਗਿਆ ਹੀ ਨਹੀਂ ਕਿ ਇਹਨਾਂ ਲੋਕਾਂ ਲਈ ਸਾਡਾ ਜਿਹੜਾ ਸਮਾਜ ਹੈ ਉਹ ਸਾਹਿਤਕ ਜਾਂ ਕਲਚਰਲ ਪੱਖੋਂ ਵੀ ਕੋਈ ਅਰਥ ਰੱਖਦਾ। ਇਹ ਜਿਹੜੀਆਂ ਗੂੰਗੀਆਂ ਹੋ ਗਈਆਂ, ਜਿਹੜੀਆਂ ਬੋਲੀਆਂ ਹੋ ਗਈਆਂ, ਇਹਨਾਂ ਨੂੰ ਜਗਾਉਣ ਲਈ ਸੰਗੀਤ ਹੀ ਸਭ ਤੋਂ ਵੱਡਾ ਮਾਧਿਅਮ ਹੈ। ਤੁਹਾਡੇ ਨਾਲ ਤਾਂ ਨਿੱਜੀ ਸਾਂਝ ਪਾਉਣ ਨੂੰ ਫਿਰਦੇ ਹੁੰਦੇ ਸਾਰੇ, ਤੁਹਾਨੂੰ ਤਾਂ ਜੱਫੀ ਵੀ ਪਾਉਂਦੇ, ਤੁਹਾਡੇ ਨਾਲ ਫੋਟੋ ਵੀ ਖਿਚਾ ਲੈਂਦੇ ਆ, ਸਿਆਸਤਦਾਨ ਤੁਹਾਨੂੰ ਨਿੱਜੀ ਮਹਿਫਲਾਂ 'ਚ ਵੀ ਸੱਦਦੇ ਆ, ਤੁਹਾਡੇ ਆਪਣੇ ਬੜੇ ਅਸਰ ਹੁੰਦੇ ਆ। ਤੇ ਫਿਰ ਉਹ ਅਸਰਾਂ ਦੇ ਬਾਵਜੂਦ ਤੁਹਾਡੇ ਵੀ ਕੰਮ ਨਹੀਂ ਹੋਣੇ ਜਿਨ੍ਹਾਂ ਦੀ ਪਛਾਣ ਹੀ ਇੰਨੀ ਵੱਡੀ ਹੈ, ਤੇ ਫਿਰ ਆਮ ਬੰਦਾ ਕੀ ਕਰੂਗਾ? ਦੇਖੋ ਬਹੁਤ ਔਖਾ ਇਹ ਬੇਸਿਕਲੀ ਹਰ ਚੀਜ਼ ਦਾ ਵਾ। ਸਭ ਜਿਹੜੇ ਪੋਲੀਟੀਕਲ ਲੋਕ ਨੇ ਉਹ ਇਹ ਸਮਝ ਜਾਂਦੇ ਨੇ ਜਦੋਂ ਲੋੜ ਆ ਉਦੋਂ ਵਰਤ ਲਓ ਜੀ। ਉਹ ਜਦੋਂ ਜਿਹੜੀ ਚੀਜ਼ ਜਿੰਨਾ ਚਿਰ ਉਹਨੂੰ ਜ਼ਰੂਰਤ ਆ ਉਹਨਾਂ ਚਿਰ ਵਰਤਦੇ ਨੇ। ਜਦੋਂ ਉਹ ਵਰਤ ਕੇ ਉਹ ਖਤਮ ਹੋ ਗਈ, ਵਰਤ ਲਈ, ਤੇ ਉਹਨੂੰ ਪਰੇ ਛੱਡ ਦਿਓ, ਇਹਦੀ ਕੋਈ ਲੋੜ ਨਹੀਂ ਹੈ। ਚੋਣਾਂ ਮੌਕੇ ਯਾਦ ਆ ਜਾਂਦੀ ਹੈ ਉਦੋਂ, ਜਾਂ ਕਿਸੇ ਦੀ ਕੋਈ ਜਿਵੇਂ ਡੈਥ ਹੋ ਗਈ, ਉੱਥੇ ਆ ਕੇ ਬੜੇ ਭਾਸ਼ਣ ਵੀ ਦਿੰਦੇ ਨੇ। ਉਹ ਕਈ ਚੀਜ਼ਾਂ ਐਡੀਆਂ ਉਹਨਾਂ ਦੀ ਯਾਦਗਾਰਾਂ ਵੀ ਅਨਾਉਂਸ ਕਰ ਜਾਂਦੇ ਨੇ। ਮੈਨੂੰ ਯਾਦ ਹੈ ਬਿੰਦਰ ਖੇਰ ਸਾਹਿਬ ਦਾ ਜਦੋਂ ਭੋਗ ਸੀਗਾ, ਉੱਥੇ ਕਿੰਨੇ ਮੰਤਰੀ ਆਏ, ਉਹਨਾਂ ਨੇ ਕੀ ਅਨਾਉਂਸ ਕੀਤਾ, ਕੀ ਹੋਇਆ? ਕੁਛ ਨਹੀਂ ਹੋਇਆ। ਮਤਲਬ ਉੱਥੇ ਇਹਨਾਂ ਲੋਕਾਂ ਨੂੰ ਇਹ ਹੁੰਦਾ ਵੀ ਜਿਹੜੇ ਆਮ ਲੋਕ ਨੇ ਇਹਨਾਂ ਦੀ ਯਾਦਦਾਸ਼ਤ ਬਹੁਤ ਛੋਟੀ ਹੈ। ਜਦੋਂ ਕੋਈ ਟਾਈਮ ਆਉਂਦਾ ਉਦੋਂ ਕਿ ਏਦਾਂ ਦਾ ਐਲਾਨ ਕਰ ਦੋ, ਉਦੋਂ ਬੱਲੇ ਕਰਾ ਲਓ, ਉਸ ਤੋਂ ਬਾਅਦ ਜਦੋਂ ਆਉਣ ਵਾਲਾ ਸਮਾਂ, ਜਦੋਂ ਚੋਣਾਂ ਹੋਣਗੀਆਂ ਉਦੋਂ ਦੇਖਾਂਗੇ। ਤੇ ਕਿਉਂਕਿ ਇਹ ਜਿਹੜੇ ਲੋਕ ਨੇ, ਹੁਣ ਮੈਂ ਕਈ ਵਾਰ ਦੁੱਖ ਨਾਲ ਕਹਿਣਾ ਪੈਂਦਾ, ਹੁਣ ਜਿਹੜਾ ਕਿਤੇ ਕੋਈ 8ਵੀਂ ਪਾਸ ਆ ਉਹਨੂੰ ਤੁਸੀਂ ਐਜੂਕੇਸ਼ਨ ਮਿਨਿਸਟਰ ਬਣਾ ਦਿੰਦੇ ਹੋ, ਜਿਹੜਾ ਕਦੇ ਖੇਤ 'ਚ ਨਹੀਂ ਗਿਆ ਉਹ ਤੁਸੀਂ ਐਗਰੀਕਲਚਰ ਮਿਨਿਸਟਰ ਬਣਾ ਦਿੰਦੇ ਹੋ। ਵੀ ਜਿੱਦਾਂ ਦੀ ਬੰਦੇ ਦੀ ਕਾਬਲੀਅਤ ਆ ਤੇ ਉਸ ਡਿਪਾਰਟਮੈਂਟ ਦੀ ਕਾਬਲੀਅਤ ਵੀ ਉਹਦੇ ਨਾਲ ਹੀ ਹੋਊਗੀ। ਕਿਉਂਕਿ ਮੈਂ ਹਮੇਸ਼ਾ ਕਹਿੰਦਾ ਹਰ ਇਨਸਾਨ ਅਫਸਰ, ਕੋਈ ਇਨਸਾਨ ਅਫਸਰ ਬਣ ਸਕਦਾ, ਹਰ ਇਨਸਾਨ ਕੋਈ ਲੀਡਰ ਬਣ ਸਕਦਾ, ਪਰ ਉਹਦੇ ਵਿੱਚੋਂ ਕਾਬਲੀਅਤ ਵੀ ਹੋਵੇ, ਉਹਦੇ ਵਿੱਚ ਇਨਸਾਨੀਅਤ ਵੀ ਹੋਵੇ, ਵੀ ਇਨਸਾਨਾਂ ਦੀ ਗੱਲ ਵੀ ਕਰੇ। ਤੁਸੀਂ ਇੱਕ ਆਈਡੀਅਲ ਜਿਹਾ ਸੰਸਾਰ ਉਹ ਮਨ ਦੇ ਵਿੱਚ ਰੱਖਦੇ ਹੋ। ਮੈਨੂੰ ਤਾਂ ਲੱਗਦਾ ਹੈ ਕਿ ਮੰਤਰੀ ਬਣਾਉਣ ਲੱਗਿਆ ਯੋਗਤਾ ਕੋਈ ਹੋਰ ਹੀ ਦੇਖੀ ਜਾਂਦੀ ਹੈ। ਮੈਂ ਬਿੱਟੂ ਜੀ ਵੱਲ ਜਾਣਾ ਹੈ। ਬਿੱਟੂ ਜੀ, ਚਾਹੁੰਦੇ ਕੀ ਹੋ ਤੁਸੀਂ? ਅਸਲ ਕੀ ਹੋਵੇ ਜੇ ਮੰਨ ਲਓ ਕਿਸੇ ਨੇ ਕੁਝ ਕਰਨਾ ਹੋਵੇ ਭਾਈਚਾਰੇ ਲਈ, ਕਲਾਕਾਰਾਂ ਲਈ, ਕਲਾਕਾਰਾਂ ਦੇ ਸਹਿਯੋਗੀਆਂ ਲਈ, ਤੁਰੰਤ ਪ੍ਰਭਾਵ ਨਾਲ ਕੀ ਕੀਤਾ ਜਾਣਾ ਚਾਹੀਦਾ? ਅਗਲੇ ਤਾਂ ਕਹਿੰਦੇ ਦੇਖੋ ਅਸੀਂ ਕੋਵਿਡ ਦੇ ਵਿੱਚ ਜਿੱਥੇ ਸਾਰਿਆਂ ਨੂੰ ਰਾਸ਼ਨ ਦੇ ਰਹੇ ਹਾਂ, ਜਿਹੜੇ ਇਹ ਰਜਿਸਟਰਡ ਹੋ ਜਾਣਗੇ ਐਜ਼ ਅ ਹਿਊਮਨ ਬੀਇੰਗ, ਅਸੀਂ ਇਹਨਾਂ ਨੂੰ ਵੀ ਦੇ ਦਿਆਂਗੇ।
ਤੁਹਾਡਾ ਬਤੌਰ ਕਲਾਕਾਰ ਵਿਅਕਤੀਗਤ ਰੂਪ ਚ ਤੇ ਸੰਗਠਿਤ ਰੂਪ ਵਿੱਚ ਕੀ ਮੰਗ ਤੇ ਆਸ ਆ ਗਵਰਨਮੈਂਟ ਤੋਂ ਰੱਖਦੇ ਹੋ? ਦੇਖੋ, ਆਸ ਇਹਨਾਂ ਤੋਂ ਸਾਨੂੰ ਕਾਸੇ ਦੀ ਨਹੀਂ ਹੈਗੀ, ਕਿਉਂਕਿ ਸਾਨੂੰ ਨਹੀਂ ਇਹਨਾਂ ਦੀ ਜਿਹੜੀ ਨੀਅਤ ਤੇ ਨੀਤੀ 'ਚ ਬੜਾ ਫਰਕ ਹੈ। ਪਰ ਫਿਰ ਵੀ ਮੈਂ ਆਪਣੇ ਵੱਲੋਂ ਰੰਧਾਵਾ ਸਾਹਿਬ ਇਹ ਗੱਲ ਕਹਿਣਾ ਕਿ ਦੇਖੋ, ਹਰ ਜਿਵੇਂ ਸੁੱਖੀ ਜੀ ਨੇ ਦੱਸਿਆ ਹੈ ਕਿ ਦੇਖੋ, ਇੱਕ ਮਹਿਕਮਾ ਬਣਾਇਆ ਹੈ, ਕਲਚਰ ਵਿਭਾਗ ਬਣਾਇਆ, ਕਾਹਦੇ ਲਈ ਬਣਾਇਆ? ਸਪੋਰਟਸ ਕੈਟਾਗਰੀ ਹੈ, ਇੱਕ ਸਪੋਰਟਸ ਕੈਟਾਗਰੀ ਨੂੰ ਰੰਧਾਵਾ ਸਾਹਿਬ ਦੇਖੋ, ਇੱਕ ਬੱਚਾ ਮੈਡਲ ਜਿੱਤ ਕੇ ਆਉਂਦਾ ਹੈ, ਗੋਲਡ ਮੈਡਲ ਲੈ ਕੇ ਆਉਂਦਾ ਹੈ, ਉਹਨਾਂ ਲਈ ਪਲਾਟ, ਉਹਨਾਂ ਲਈ ਨੌਕਰੀਆਂ, ਪਤਾ ਨਹੀਂ ਕੀ ਕੁਛ। ਸਾਡੀ ਇੱਕੋ ਹੀ ਡਿਮਾਂਡ ਹੈ, ਕੀ ਗੱਲ ਸਾਡੀ ਕੋਈ ਕੈਟਾਗਰੀ ਰਜਿਸਟਰਡ ਨਹੀਂ ਹੋ ਸਕਦੀ? ਜਿਹੜਾ ਬੰਦਾ ਭਾਸ਼ਾ ਦੀ ਸੇਵਾ ਕਰਦਾ, ਜਿਹੜਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਹੈ, ਅੱਛਾ ਕਲਚਰ ਨੂੰ ਪ੍ਰਮੋਟ ਕਰਦਾ ਹੈ, ਕਿ ਉਹਦੇ ਲਈ ਇਹ ਕੁਛ ਪ੍ਰਬੰਧ ਨਹੀਂ ਹੋ ਸਕਦੇ? ਜਾਂ ਇਸ ਵਿਭਾਗ ਦੇ ਵਿੱਚ ਜੇ ਮੈਂ ਪਿਛਲੇ 40 ਸਾਲਾਂ ਤੋਂ ਦੇਖਾਂ, ਜੇ ਸੱਚ ਪੁੱਛਦੇ ਹੋ ਤਾਂ ਪਹਿਲੇ 10-12 ਸਾਲ ਤਾਂ ਲੰਘ ਗਏ, ਅੱਤਵਾਦ ਵੱਖਵਾਦ ਦਾ ਦੌਰ ਦਾ ਨਾਮ ਦੇਤਾ, ਮਾੜੇ ਦਿਨ ਪੰਜਾਬ ਦੇ ਸੀਗੇ। ਜਦੋਂ ਤੋਂ ਬੇਅੰਤ ਸਿੰਘ ਦੀ ਸਰਕਾਰ ਆਈ, ਉਦੋਂ ਤੋਂ ਲੈ ਕੇ ਦੇਖ ਰਿਹਾ 15-15 ਸਾਲ ਦੋਵਾਂ ਪਾਰਟੀਆਂ ਨੇ ਰਾਜ ਕੀਤਾ, ਭਾਵੇਂ ਅਕਾਲੀ ਸੀਗੇ ਭਾਵੇਂ ਕਾਂਗਰਸੀ ਸੀਗੇ। ਦੋਵਾਂ ਪਾਰਟੀਆਂ ਦੇ ਜਿਹੜੇ ਕੋਈ ਕਲਚਰ ਮਿਨਿਸਟਰ ਸੀ, ਮੈਨੂੰ ਨਹੀਂ ਉਮੀਦ ਕਿਸੇ ਨੇ ਸਾਡੇ ਬਾਰੇ ਅੱਜ ਤੱਕ ਸੋਚਿਆ ਵੀ ਹੋਵੇ। ਈਵਨ ਕਿ ਤੁਸੀਂ ਪਿੱਛੇ ਚਲੇ ਜਾਓ, ਪੰਜਾਬੀ ਮਾਂ ਬੋਲੀ ਦੀ ਸੇਵਾ, ਪੰਜਾਬੀ ਭਾਸ਼ਾ ਦੀ ਸੇਵਾ ਦੇ ਵਿੱਚ ਜਦੋਂ ਤੋਂ ਲੈ ਕੇ ਮੇਰੇ ਖਿਆਲ ਮਲਕੀਤ ਸਿੰਘ ਹੋਰੀ ਤੂਤਕ ਤੂਤੀਆਂ ਲੈ ਕੇ ਆਉਂਦੇ ਨੇ, ਜਾਂ ਉਹਨਾਂ ਤੋਂ ਪਹਿਲਾਂ ਚਰਨਜੀਤ ਚੰਨੀ ਅਲਾਪ ਗਰੁੱਪ ਵਾਲੇ ਲੈ ਕੇ ਆਉਂਦੇ ਨੇ, ਵਰਲਡ ਵਾਈਡ ਸਾਡੀ ਭਾਸ਼ਾ ਨੂੰ ਉਦੋਂ ਤੋਂ ਲੈ ਕੇ ਜਾਣ ਪਛਾਣ ਮਿਲਣੀ ਸ਼ੁਰੂ ਹੋਈ। ਭਾਵੇਂ ਉਹਦੇ ਵਿੱਚ ਗੁਰਦਾਸ ਮਾਨ ਨੇ, ਹੰਸਰਾਜ ਹੰਸ ਨੇ, ਜਾਂ ਅਬਦੁਲ ਸਿਕੰਦਰ ਸਾਹਿਬ ਨੇ, ਉਹਨਾਂ ਦੇ ਲੈਵਲ ਦੇ ਬੜੇ ਕਲਾਕਾਰ ਨੇ ਜਿਨ੍ਹਾਂ ਨੇ ਵਰਲਡ ਲੈਵਲ ਤੇ ਭਾਸ਼ਾ ਨੂੰ ਪ੍ਰਮੋਟ ਕੀਤਾ। ਪਰ ਦੂਜੇ ਪਾਸੇ ਸਾਡਾ ਭਾਸ਼ਾ ਵਿਭਾਗ ਜਿਹੜਾ ਪੈਪਸੂ ਵੇਲੇ ਤਿਆਰ ਹੁੰਦਾ ਹੈ, ਜਿਹੜਾ ਪੈਪਸੂ ਵੇਲੇ ਤਿਆਰ ਹੋ ਕੇ ਸਾਡਾ ਭਾਸ਼ਾ ਵਿਭਾਗ ਅੱਜ ਵੈਂਟੀਲੇਟਰ ਤੇ ਪਿਆ ਹੈ। ਵੈਂਟੀਲੇਟਰ ਮੈਂ ਸ਼ਬਦ ਤਾਂ ਵਰਤਿਆ, ਅੱਜ ਵੈਂਟੀਲੇਟਰ ਬੜੇ ਲੋਕਾਂ ਦੀ ਜ਼ੁਬਾਨ ਤੇ ਹੈ, ਅੱਜ ਵੈਂਟੀਲੇਟਰ ਤੇ ਹੈ। ਮੈਨੂੰ ਇੱਕ ਯਾਦ ਹੈ, ਮੈਂ ਸੱਚ ਪੁੱਛਦੇ ਹੋ ਰੰਧਾਵਾ ਸਾਹਿਬ, ਸ਼ਿੰਗਾਰਾ ਆਜੜੀ ਦਾ ਇੱਕ ਨਾਮ ਪੜ੍ਹਿਆ ਤੁਹਾਡੇ ਅੰਮ੍ਰਿਤਸਰ ਤੋਂ, ਉਹਨਾਂ ਦੇ ਬੇਟੇ ਦੀ ਵੀ ਡੈਥ ਹੋ ਗਈ, ਦਰਿਆ ਸਿੰਘ ਪ੍ਰੋਫੈਸਰ ਸੀਗੇ ਯੂਨੀਵਰਸਿਟੀ ਚ। ਉਹਨਾਂ ਦਾ ਇੱਕ ਪੜ੍ਹਿਆ ਕਿ 1800 ਸਫ਼ੇ ਦਾ ਜਿਹੜੀਆਂ ਕਬੀਲੇ ਨੇ, ਉਹਨਾਂ ਕਬੀਲਿਆਂ ਤੇ ਕਈ ਸਾਲ ਲਗਾਤਾਰ ਲਾ ਕੇ ਉਹਨਾਂ ਨੇ ਉਹਨਾਂ ਦੀ ਜਿਹੜੀ ਹੈ ਜੀਵਨ ਦੇ ਉੱਤੇ ਕੰਮ ਕੀਤਾ ਕਿ ਉਹਨਾਂ ਦਾ ਜੀਵਨ ਕੀ ਹੈ, ਪੱਖੀ ਵਸ ਕਬੀਲਿਆਂ ਦਾ। ਉਹ ਛਪਣ ਲਈ ਖਰੜਾ ਭਾਸ਼ਾ ਵਿਭਾਗ ਚ ਪਿਆ। ਯਾਰ ਕਦੋਂ ਛਪੇਗਾ? ਛਪਣਾ ਹੀ ਨਹੀਂ। ਕਦੋਂ ਸਾਨੂੰ ਅੱਗੇ ਪਤਾ ਲੱਗੇਗਾ? ਸਾਡੇ ਸੰਗੀਤ ਦਾ, ਸਾਡੇ ਸੱਭਿਆਚਾਰ ਲਈ ਸਾਡੀਆਂ ਸਰਕਾਰਾਂ ਨੇ ਹੁਣ ਤੱਕ ਕੀਤਾ ਕੀ ਹੈ? ਯੂਨੀਵਰਸਿਟੀਆਂ ਅਣਗਿਣਤ ਪੰਜਾਬ ਦੇ ਵਿੱਚ ਬਣ ਗਈਆਂ, ਪ੍ਰਾਈਵੇਟ ਵੀ, ਸਰਕਾਰੀ ਅਨਾਉਂਸ ਹੋ ਰਹੀਆਂ ਨੇ। ਕੀ ਗੱਲ ਸੱਭਿਆਚਾਰ ਯੂਨੀਵਰਸਿਟੀ ਨਹੀਂ ਕੋਈ ਬਣ ਸਕਦੀ? ਸਾਡੇ ਸੱਭਿਆਚਾਰ ਦਾ ਸਰਕਾਰਾਂ ਨੇ ਅੱਜ ਤੱਕ ਸਾਂਭਿਆ ਹੀ ਕੀ ਹੈ? ਕੀ ਸਾਡੇ ਪੁਰਾਣੇ ਰਿਕਾਰਡ ਸਾਂਭੇ ਹੈ? ਸਾਡੇ ਪੁਰਾਣੇ ਪਹਿਰਾਵੇ ਸਾਂਭੇ ਹੈ? ਸਾਡੇ ਪੁਰਾਣੇ ਖਾਣੇ ਸਾਂਭੇ ਹੈ? ਜਾਂ ਸਾਡਾ ਪੁਰਾਣਾ ਰਹਿਣ ਸਹਿਣ ਸਾਂਭਿਆ? ਇਹਨਾਂ ਨੇ ਹੁਣ ਤੱਕ ਸਾਡਾ ਸਾਂਭਿਆ ਹੀ ਕੀ ਹੈ? ਮੈਂ ਸਮਝਦਾ ਜੇ ਯੂਨੀਵਰਸਿਟੀ ਨਹੀਂ ਬਣਾਉਣੀ, ਯਾਰ ਕਿਸੇ ਯੂਨੀਵਰਸਿਟੀ ਦੇ ਵਿੱਚ ਇੱਕ ਚੇਅਰ ਸਥਾਪਿਤ ਕਰ ਦਿਓ। ਹਾਂਜੀ, ਇੱਕ ਅਸ਼ੋਕ ਬਾਂਸਲ ਵਰਗਾ ਮਾਨਸਾ ਤੋਂ ਬੰਦਾ ਜਿਹੜਾ ਇੱਕ ਗੀਤ ਲੱਭਦਾ, ਗੀਤ ਦਾ ਗੀਤਕਾਰ ਲੱਭਦਾ, ਫਿਰ ਉਹ 1900 ਤੋਂ ਬਾਅਦ ਦੇ ਗੀਤ ਰਿਕਾਰਡ ਹੋਏ, 1910 ਦੇ, 1907 ਉਹਨਾਂ ਦੇ ਗੀਤਕਾਰਾਂ ਨੂੰ ਲੱਭਦਾ, ਸਾਡੇ ਸਾਹਮਣੇ ਰੱਖਦਾ। ਹਾਂਜੀ, ਇੰਨਾ ਕੁਝ ਲੱਭ ਕੇ ਉਹ ਕਰਦਾ ਸਾਡੇ ਲਈ। ਅਸੀਂ ਅੱਜ ਜਿਹੜੀ ਸਾਡੀ ਲੋੜ ਹੈ, ਅਸੀਂ ਕਹਿੰਦੇ ਹਾਂ ਜਿਹੜੇ ਅੱਜ ਸਾਡਾ ਭੁੱਖਾ ਮਰ ਰਿਹਾ, ਇਹ ਸਾਡਾ ਲਾਣਾ ਹੈ ਨਾ, ਮੈਂ ਲਾਣਾ ਹੀ ਕਹੂੰਗਾ, ਪਰਿਵਾਰ ਨੂੰ ਅਸੀਂ ਲਾਣਾ ਵਰਤਦੇ ਹਾਂ ਪੰਜਾਬੀ ਚ। ਭਾਵੇਂ ਉਹ ਸਾਜੀ ਨੇ, ਭਾਵੇਂ ਉਹ ਭੰਗੜਾ ਗਿੱਧਾ ਵਾਲੇ ਗਰੁੱਪ ਨੇ, ਭਾਵੇਂ ਉਹ ਗਾਇਕ ਨੇ, ਭਾਵੇਂ ਉਹ ਸੰਗੀਤਕਾਰ ਨੇ, ਭਾਵੇਂ ਉਹ ਗੀਤਕਾਰ ਨੇ, ਉਹਨਾਂ ਨੂੰ ਇਹਨਾਂ ਨੇ ਤੁਹਾਡੇ ਲਈ ਬਹੁਤ ਕੰਮ ਕੀਤਾ ਹੈ। ਇਹਨਾਂ ਨੇ ਬਹੁਤ ਕੁਛ ਖੋਜਾਂ ਕੀਤੀਆਂ ਨੇ। ਸੰਗੀਤ ਹਮੇਸ਼ਾ ਬੰਦੇ ਦੀ ਰੂਹ ਦੀ ਖੁਰਾਕ ਹੈ। ਬੰਦਾ ਬਿਮਾਰ ਪਿਆ ਹੋਵੇ, ਉਹਨੂੰ ਸੰਗੀਤ ਸੁਣਾਓ, ਸੰਗੀਤ ਦੇ ਵਿੱਚ ਉਹਨੂੰ ਇੱਕ ਜ਼ਿੰਦਗੀ ਮਿਲਦੀ ਹੈ, ਸੰਗੀਤ ਉਹਨੂੰ ਜੀਵਨ ਦਾਨ ਦਿੰਦਾ ਹੈ। ਸੋ ਗੱਲ ਇਹ ਹੈ, ਮੈਂ ਇਹ ਗੱਲ ਕਹਿਣੀ ਚਾਹੁੰਦਾ ਸੀਗਾ ਕਿ ਜਿਹੜੀਆਂ ਸਰਕਾਰਾਂ ਨੂੰ ਇੱਥੋਂ ਤੱਕ ਫਿੱਟ ਲਾਉਣ, ਤੱਕ ਮੈਂ ਕਹਿਣਾ ਅੱਜ ਤੱਕ ਸਾਡੇ ਜਿੰਨੇ ਵਡੇਰੇ ਸੀਗੇ ਕਲਾਕਾਰ, ਜਿਹੜੇ ਤੁਸੀਂ ਗੱਲ ਕਰ ਰਹੇ ਸੀ ਵੀ ਉਹਨਾਂ ਨੇ ਹੁਣ ਤੱਕ ਆਪਣੇ ਲਈ ਕੀਤਾ ਕੁਛ ਨਹੀਂ, ਉਹਨਾਂ 'ਚ ਯਮਲਾ ਜੱਟ ਜੀ ਨੇ, ਉਹਨਾਂ ਨੇ ਬੜਾ ਕੁਛ ਵਧੀਆ ਗਾਇਆ। ਸਰਕਾਰ ਨੇ ਕੀ ਕੀਤਾ? ਨਰਿੰਦਰ ਬੀਬਾ ਜੀ ਨੇ, ਉਹਨਾਂ ਨੇ ਬਹੁਤ ਕੁਛ ਗਾਇਆ ਵਧੀਆ, ਉਹਨਾਂ ਲਈ ਸਰਕਾਰ ਨੇ, ਉਹਨਾਂ ਦੇ ਪਰਿਵਾਰ ਕਿੱਥੇ ਹੈ, ਕੀ ਕੀਤਾ? ਕੁਲਦੀਪ ਮਾਨਕ ਜੀ ਨੇ, ਉਹਨਾਂ ਲਈ ਕੀ ਕੀਤਾ? ਅਮਰ ਸਿੰਘ ਚਮਕੀਲਾ ਜੀ ਨੇ, ਉਹਨਾਂ ਲਈ ਕੀ ਕੀਤਾ? ਕਰਤਾਰ ਰਮਲਾ ਚਲੇ ਗਏ, ਉਹਨਾਂ ਲਈ ਕੀ ਕੀਤਾ? ਜਾਂ ਸੰਗੀਤਕਾਰਾਂ ਦੇ ਵਿੱਚ ਮਹਾਨ ਸੰਗੀਤਕਾਰ ਜਸਵੰਤ ਭੰਵਰਾ ਜੀ ਹੋਏ ਨੇ, ਉਹਨਾਂ ਦੀਆਂ ਤਰਜ਼ਾਂ ਕਹਿ ਲਓ ਵੀ ਧਾਰਮਿਕ ਵੀ, ਜਿਹੜੀਆਂ ਗੁਰਮਤ ਦੇ ਵਿੱਚ ਵੀ ਕੰਮ ਆਉਂਦੀਆਂ ਨੇ, ਜਾਂ ਫਿਲਮਾਂ 'ਚ ਵੀ ਕੰਮ ਆਉਂਦੀਆਂ ਨੇ।
ਉਹਨਾਂ ਲਈ ਇਹਨਾਂ ਨੇ ਕੀ ਕੀਤਾ? ਗੀਤਕਾਰਾਂ ਦੇ ਵਿੱਚ ਐਡੇ ਐਡੇ ਵੱਡੇ ਗੀਤਕਾਰ ਹੋ ਕੇ ਚਲੇ ਗਏ। ਉਹਨਾਂ ਨੇ, ਜਿਨ੍ਹਾਂ 'ਚ ਮੈਂ ਨਾਂ ਲਵਾਂ, ਚਰਨ ਸਿੰਘ ਸਪਰੀ ਵਰਗੇ ਸਾਕਾ ਧੰਦ ਲਿਖਣ ਵਾਲੇ, ਜਿਨ੍ਹਾਂ ਨੇ ਝੁੱਗੀਆਂ ਪਾ ਲਈਆਂ ਜਾ ਕੇ ਆਨੰਦਪੁਰ ਦੀਆਂ, ਉੱਥੇ ਛਾਉਣੀਆਂ ਪਾ ਲਈਆਂ ਜਾ ਕੇ ਜੰਗਲਾਂ ਦੇ ਵਿੱਚ, ਉੱਥੇ ਬਹਿ ਕੇ ਸਾਕਾ ਲਿਖਿਆ। ਉਹਨਾਂ ਲਈ ਕੀ ਕੀਤਾ? ਇਹਨਾਂ ਨੇ ਈਦੂ ਸ਼ਰੀਫ ਵਰਗੇ ਢਾਡੀ, ਜਿਹੜੇ ਮਹਾਨ ਢਾਡੀ ਹੋਏ ਨੇ, ਉਹਨਾਂ ਲਈ ਕੀ ਕੀਤਾ? ਸੋਹਣ ਸਿੰਘ ਸੀਤਲ ਲਈ ਕੀਤਾ। ਕਵੀਸ਼ਰਾਂ ਲਈ ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਕੀਤਾ ਕਿਹਦੇ ਲਈ ਕੀ ਹੈ? ਮੈਂ ਅਜੇ ਵੀ ਬੇਨਤੀ ਕਰਦਾ, ਇਸ ਕਲਚਰ ਨੂੰ ਸਾਂਭ ਲਓ, ਇਹਨਾਂ ਕਲਾਕਾਰਾਂ ਨੂੰ ਜਿਉਂਦੇ ਰੱਖ ਲਓ। ਜੇ ਤੁਹਾਡਾ ਸੱਭਿਆਚਾਰ, ਜੇ ਤੁਹਾਡਾ ਕਲਚਰ ਤੁਹਾਡੇ ਕੋਲ ਨਾ ਰਿਹਾ ਤਾਂ ਤੁਹਾਡੇ ਕੋਲ ਕੱਖ ਨਹੀਂ ਜੇ ਰਹਿਣਾ। ਆਉਣ ਵਾਲੀਆਂ ਨਸਲਾਂ ਨੂੰ ਕੀ ਦੱਸੋਗੇ ਤੁਸੀਂ ਕੀ ਕੀਤਾ ਹੈ? ਇਹ ਮੇਰੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਜੇ ਮਰ ਰਹੇ ਨੇ ਕਲਾਕਾਰ, ਇਹਨਾਂ ਨੂੰ ਘੱਟ ਤੋਂ ਘੱਟ 10,000 ਰੁਪਈਆ ਕੈਸ਼ ਦਿਓ। ਇਹਨਾਂ ਨੇ ਆਪਣੇ ਬੱਚਿਆਂ ਦੀਆਂ ਫੀਸਾਂ ਵੀ ਭਰਾਉਣੀਆਂ ਨੇ, ਉਹਨਾਂ ਦੀ ਦਵਾਈ ਬੂਟੀ ਵੀ ਲੈਣੀ ਹੈ, ਉਹਨਾਂ ਦੇ ਸਿਲੰਡਰ ਵੀ ਭਰਾਉਣੇ ਨੇ, ਦੁੱਧ ਵੀ ਲੈ ਕੇ ਆਉਣਾ ਹੈ, ਬਿਜਲੀ ਦੇ ਤੁਹਾਡੇ ਬਿੱਲ ਵੀ ਭਰਨੇ ਨੇ, ਉਹਨਾਂ ਨੂੰ ਮਾਫ ਕਰੋ। ਜਾਂ ਇਹਨਾਂ ਨੇ ਆਪਣੇ ਸਾਜ਼-ਬਾਜ਼ ਘੱਟੋ ਘੱਟ ਕਿਸ਼ਤਾਂ ਤੇ ਲਏ ਹੋਏ ਨੇ, ਉਹਨਾਂ ਦੀਆਂ ਕਿਸ਼ਤਾਂ ਭਰਾਉਣੀਆਂ ਨੇ, ਉਹਨਾਂ ਦਾ ਇੰਤਜ਼ਾਮ ਕਰੋ। ਘੱਟੋ ਘੱਟ 1 ਕਿਲੋ ਵੜੀਆਂ ਤੇ ਕਿਲੋ ਚੌਲ ਤੇ 5 ਕਿਲੋ ਆਟਾ ਦੇ ਕੇ ਕਿਤੇ ਰਾਸ਼ਨ ਨਹੀਂ ਦਿੱਤਾ ਜਾਂਦਾ। ਜੇ ਸਰਕਾਰ ਕਵੇ ਅਸੀਂ ਗਰੀਬਾਂ ਨੂੰ ਰਾਸ਼ਨ ਦੇਤਾ, ਇਹੀ ਮੇਰੀ ਬੇਨਤੀ ਹੈ। ਇਹਨਾਂ ਦੀਆਂ ਕਿਸ਼ਤਾਂ ਮਾਫ ਕਰੋ, ਇਹਨਾਂ ਦੇ ਬਿਜਲੀ ਦੇ ਬਿੱਲ ਮਾਫ ਕਰੋ, ਇਹਨਾਂ ਦੇ ਦੁੱਧ ਦਾ, ਇਹਨਾਂ ਦੇ ਸਿਲੰਡਰਾਂ ਦਾ, ਇਹਨਾਂ ਦੀ ਦਵਾਈ ਬੂਟੀ ਦਾ ਇੰਤਜ਼ਾਮ ਕਰੋ। ਮੇਰੀ ਹੱਥ ਜੋੜ ਕੇ ਬੇਨਤੀ ਹੈ। ਸੁਖੀ ਜੀ, ਜੇ ਮੰਨ ਲਓ ਆਖਰੀ ਰਾਉਂਡ ਹੈ ਸਾਡਾ ਇਹ ਗੱਲ ਦਾ, ਵਰਗੀਕਰਨ ਕਿਵੇਂ ਕਰੇ ਗਵਰਨਮੈਂਟ? ਮੈਂ ਨਿੱਜੀ ਤੌਰ ਤੇ ਜਿੰਨੇ ਇੱਕ ਅਫੀਸਰ, ਜਿਵੇਂ ਖਾਸ ਤੌਰ ਤੇ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਨੇ ਸੁਰੇਸ਼ ਕੁਮਾਰ, ਕੈਪਟਨ ਅਮਰਿੰਦਰ ਸਿੰਘ ਦਾ ਸਾਰਾ ਕੰਮ ਉਹ ਦੇਖਦੇ ਆ। ਸੁਰੇਸ਼ ਕੁਮਾਰ ਕਾਫੀ ਸੁਹਿਰਦ ਇਨਸਾਨ ਨੇ। ਇਹ ਸਾਰੀ ਦੀ ਸਾਰੀ ਗੱਲ ਉਹਨਾਂ ਦੇ ਅੱਗੇ ਰੱਖ ਦਿਆਂਗੇ, ਸੁਣਦੇ ਵੀ ਰਹਿੰਦੇ, ਉਹਨਾਂ ਨੂੰ ਕਵਾਂਗੇ। ਲੇਕਿਨ ਜੇ ਗਵਰਨਮੈਂਟ ਨੇ ਕਰਨਾ ਹੋਵੇ ਤੇ ਇਹਦਾ ਵਰਗੀਕਰਨ ਕਿਵੇਂ ਕਰੇ? ਜਿਵੇਂ ਸਿੰਗਰਸ ਨੂੰ ਲੈ ਕੇ ਸੁਖੀ ਜੀ ਕਿਵੇਂ ਉਹ ਡਿਸਾਈਡ ਕਰਨ ਕਿ ਕਿਹੜਾ ਲੋੜਵੰਦ ਹੈ, ਕਿਹਨੂੰ ਪੈਨਸ਼ਨ ਜਾਂ ਕਿਸੇ ਨੂੰ ਸਹਾਇਤਾ ਦਿੱਤੀ ਜਾ ਸਕਦੀ ਹੈ, ਕਿਸ ਤਰ੍ਹਾਂ ਦੀ ਪਾਲਿਸੀ ਬਣੇ ਜਿਹੜੀ ਇਕਸਾਰ ਵੀ ਹੋਵੇ, ਐ ਨਾ ਲੱਗੇ ਕਿ ਪੱਖਪਾਤੀ ਆ। ਆਖਰ ਅਸੀਂ ਇਸ ਤਰ੍ਹਾਂ ਦੇ ਖਿੰਡੇ ਹੋਏ ਵਰਗ ਨੂੰ, ਜਿਹੜਾ ਵੱਖ-ਵੱਖ ਹਿੱਸਿਆਂ 'ਚ ਵੰਡਿਆ, ਜਿਹਦੀ ਅਜੇ ਨਿਸ਼ਾਨਦੇਹੀ ਨਹੀਂ ਹੋ ਸਕੀ ਕਿ ਕੌਣ ਜ਼ਰੂਰਤਮੰਦ ਹੈ ਤੇ ਕੌਣ ਜ਼ਿਆਦਾ ਨੀਡੀ ਹੈ ਜਾਂ ਕਿਹੜਾ ਜ਼ਿਆਦਾ ਲੈਵਿਸ਼ ਲਾਈਫ ਜਿਉਂਦਾ ਹੈ। ਸੋ ਇਹ ਜ਼ਰਾ ਨਿਸ਼ਾਨਦੇਹੀ ਤੁਸੀਂ ਕਰਕੇ ਦੱਸਿਓ। ਦੇਖੋ ਰੰਧਾਵਾ, ਜਿਵੇਂ ਸਾਡਾ ਪੰਜਾਬ ਕਲਾਕਾਰ ਮੰਚ ਆ, ਜਸਵੰਤ ਸਿੰਘ ਜੀ ਪ੍ਰਧਾਨ ਨੇ, ਪਾਲੀ ਦੀਤ ਵੇਲੇ ਚੇਅਰਮੈਨ ਨੇ, ਤੇ ਰੂਪ ਵਾਲੀ ਆ, ਸਾਰੇ ਜਿੰਨੇ ਚਲੋ ਬਿੱਟੂ ਜੀ ਨੇ, ਸਾਰੇ ਅਸੀਂ ਇਕੱਠੇ ਹੀ ਆ। ਛੋੜਾ ਮੈਂ ਵੀ ਮੋਚ ਸੇਵਾਦਾਰ ਹੈਗਾ। ਹੁਣ ਇਹਦਾ ਇੱਕ ਮਤਲਬ ਡਿਊਟੀ ਲਿਆ ਜਾ ਸਕਦੀ ਹੈ, ਜਾਂ ਇੱਕ ਕਲਾਕਾਰ ਚ ਜਿਹੜੇ ਸੁਹਿਰਦ ਕਲਾਕਾਰ ਲੱਗਦੇ ਨੇ, ਕਿਉਂਕਿ ਮੈਂ ਕਹਿੰਦਾ ਜਿਵੇਂ ਤੁਸੀਂ ਸਹੀ ਕਿਹਾ ਵੀ ਚਲੋ ਕੁਝ ਕਲਾਕਾਰ, ਜੀ ਬਿੱਟੂ ਜੀ ਨੇ ਵੀ ਦੱਸਿਆ ਵੀ ਜਿਹੜੇ ਰੋਟੀ ਪਾਣੀ ਅੱਜ ਦੇ ਦੌਰ ਚ ਵੀ ਖਾ ਸਕਦੇ ਨੇ। ਚਲੋ ਕਿਸੇ ਨੇ ਕੋਈ ਨਾਲ ਆਪਦਾ ਪਾਰਟ ਟਾਈਮ ਕੋਈ ਹੋਰ ਧੰਦਾ ਸ਼ੁਰੂ ਕਰ ਲਿਆ, ਕੋਈ ਇਨਵੈਸਟਮੈਂਟ ਕਰ ਲਈ, ਉੱਥੋਂ ਨੂੰ ਪੈਸੇ ਚਾਰ ਆ ਰਹੇ ਨੇ। ਕੋਈ ਸੁਹਿਰਦ ਕਲਾਕਾਰਾਂ ਦੀ 5 ਦੀ 10 ਦੀ ਜਿੰਨੇ ਦੀ ਇੱਕ ਕਮੇਟੀ ਬਣ ਜਾਵੇ, ਇੱਕ ਮੀਟਿੰਗ ਕਰਕੇ, ਜਿਹੜੀ ਸਾਰੇ ਕਲਾਕਾਰਾਂ ਨੂੰ ਪ੍ਰਵਾਨ ਹੋਵੇ। ਉਹ ਕਲਾਕਾਰ ਕਿ ਸਾਡੇ ਵਿੱਚ ਹੈਗੇ ਨੇ ਜਿਹੜੇ ਸੁਹਿਰਦ ਦੇ ਨਾਲ ਕੰਮ ਕਰ ਸਕਦੇ ਨੇ। ਉਹ ਜਿਵੇਂ ਅਸੀਂ ਤਾਂ ਕਿਉਂਕਿ ਅਸੀਂ ਜਿਸ ਡਿਪਾਰਟਮੈਂਟ 'ਚ ਆਪਾਂ ਕੰਮ ਕਰਦੇ ਹਾਂ, ਆਪਾਂ ਉਹ ਸਾਰੇ ਬੰਦਿਆਂ ਦੀ ਹਾਲਾਤ ਜਾਣਦੇ ਹੀ ਹੁੰਦੇ ਆ। ਜੇ ਪਰਸਨਲੀ ਮੈਨੂੰ ਪੁੱਛ ਲਓ, ਮੈਂ ਤੁਹਾਨੂੰ, ਤੁਸੀਂ ਮੈਨੂੰ ਇੱਕ ਦਿਨ ਦਿਓ, ਮੈਂ ਤੁਹਾਨੂੰ 2 ਦਿਨ ਲਿਸਟ ਦੇ ਦੇਣਾ ਵੀ ਆਹ ਪੰਜਾਬ ਦੇ ਕਲਾਕਾਰ ਜਿਹੜੇ ਸਾਡੇ ਅੱਜ ਨਹੀਂ ਵੀ ਹੈਗੇ, ਅਸੀਂ ਉਹਨਾਂ ਦੀ ਲਿਸਟ ਵੀ ਦੇ ਦਾਂਗੇ 4-5 ਜਣੇ ਇਕੱਠੇ ਹੋ ਕੇ, ਜਾਂ ਜਿਹੜੇ ਪ੍ਰੈਜੈਂਟ ਵੀ ਹੈਗੇ ਨੇ, ਵੀ ਆਹ ਕਲਾਕਾਰਾਂ ਦਾ ਇੰਨਾ ਕੁ ਯੋਗਦਾਨ ਪਾਇਆ ਇਹਨਾਂ ਨੇ, ਇੰਨਾ ਕੁ ਹਿੱਸਾ ਇਹਨਾਂ ਦਾ ਬਣਦਾ, ਇੰਨਾ ਕੁ ਦੇਣਾ ਚਾਹੀਦਾ। ਅਸੀਂ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਹੈ ਵਰਗੀਕਰਨ ਕਰਨਾ, ਕਿਉਂਕਿ ਜਿਹੜੇ ਕਲਾਕਾਰਾਂ ਨੂੰ ਅਸੀਂ ਸਤਿਕਾਰ ਦੇ ਨਾਲ ਸੁਣਿਆ, ਜਿਹੜੇ ਸਭ ਤੋਂ ਪਹਿਲੇ ਸੀਗੇ, ਅਸੀਂ ਉਹਨਾਂ ਦੇ ਹਾਲਾਤ ਅੱਜ ਜਾਣਦੇ ਹਾਂ, ਕਾਫੀ ਕਲਾਕਾਰਾਂ ਦੇ। ਵੀ ਅਸੀਂ ਪਰਸਨਲੀ ਵੀ ਕਹਿੰਦੇ ਹਾਂ, ਅਸੀਂ ਕੁਛ ਮਦਦ ਕਰਦੇ ਵੀ ਰਹਿੰਦੇ ਹਾਂ। ਇਹਨਾਂ ਕਲਾਕਾਰਾਂ ਦੇ ਘਰੇ ਕੋਈ ਨਾ ਕੋਈ ਜਾਣਾ ਚਾਹੀਦਾ। ਸੁਖੀ ਭਾਜੀ, ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ ਇੱਥੇ ਮੈਂ ਗੱਲ ਇਹ ਐਡ ਕਰਨੀ ਚਾਹੁੰਦਾ। ਮੈਂ ਸਮਝਦਾ ਵੀ ਪਿੱਛੇ ਜੇ ਕਰੌਲਾ ਪਿਆ ਵੀ ਕਲਾਕਾਰ ਜਿਹੜੇ ਨੇ, ਬੜੇ ਜਿਹੜੇ ਗੀਤ ਜਿਹੜੇ ਆ ਰਹੇ ਨੇ ਨਾ, ਇਹ ਗੀਤ ਹੁਲਾਰਾ ਦਿੰਦੇ ਨੇ, ਸਮਝ ਲਓ ਗੁੰਡਾਗਰਦੀ ਨੂੰ, ਜਾਂ ਬੜਾ ਇੱਥੇ ਗੈਂਗਸਟਰ ਵਾਰ ਨੂੰ, ਐਵੇਂ ਦਾ ਗੀਤ ਕਰ ਰਹੇ ਨੇ। ਉਦੋਂ ਇੱਕ ਸਾਡੇ ਪੰਜਾਬ ਦੇ ਵਿੱਚ ਸਿਸਟਮ ਜਿਹਾ ਚੱਲਿਆ ਕਿ ਸਾਰੇ SSPਆਂ ਨੂੰ ਕਹਿ ਦਿਓ ਕਿ ਕਲਾਕਾਰ ਉਹਨਾਂ ਦੇ ਨਾਲ ਜਾ ਕੇ, ਬਥੇਰੀਆਂ SSPਆਂ ਨੇ ਬੁਲਾ ਕੇ ਸਾਡੀਆਂ ਫੋਟੋਆਂ ਖਿੱਚ ਕੇ ਪਾਤੀਆਂ ਕਿ ਹਾਂਜੀ ਅਸੀਂ ਸਮਝਾ ਦਿੱਤਾ। ਉਹਨਾਂ ਦਿਨਾਂ ਦੇ ਵਿੱਚ ਵੀ ਮੈਂ ਸੱਭਿਆਚਾਰਕ ਮੰਤਰੀ ਨਵਜੋਤ ਸਿੰਘ ਸਿੱਧੂ ਸੀਗੇ, ਉਹਨਾਂ ਨੂੰ ਪਰਸਨਲੀ ਤੌਰ ਤੇ ਮਿਲ ਕੇ ਮੈਂ ਕਿਹਾ ਜੀ ਇਹਦਾ ਬਹੁਤ ਛੋਟਾ ਜਿਹਾ ਤਰੀਕਾ ਹੈ। ਇਹ ਜਿਹੜੇ ਲੋਕ ਨੇ, ਇਹ ਕੋਈ ਬਹੁਤ ਗਿਣਤੀ ਦੇ ਲੋਕ ਨੇ, ਜਿਹੜੇ 5-7 ਕਲਾਕਾਰ ਨੇ, ਐਵੇਂ ਭੜਕਾਊ ਜਿਹੇ ਗੀਤ ਗਾਉਂਦੇ ਆ, 5-4 ਵੀਡੀਓ ਡਾਇਰੈਕਟਰ ਨੇ। ਇਹ ਵਰਗੀਕਰਨ ਕਰਨਾ ਕਿੰਨਾ ਕੁ ਔਖਾ ਹੈ। ਤੁਸੀਂ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਕਹੋ ਤਾਂ ਮੇਰਾ ਖਿਆਲ ਹੈ ਥਾਣਿਆਂ ਦੇ ਵਿੱਚ ਇੱਕ ਦਿਨ ਨਹੀਂ ਲੱਗਦਾ ਜੀ, ਸ਼ਾਮ ਨੂੰ ਤੁਹਾਨੂੰ ਸਾਰਿਆਂ ਦਾ ਹਰ ਤਰ੍ਹਾਂ ਦੀ ਲਿਸਟ ਆ ਜਾਂਦੀ ਹੈ ਜੀ, ਕਿੱਥੇ ਕਿੱਥੇ ਕੀ ਹੈ। ਇੱਕ ਦਿਨ ਦੇ ਵਿੱਚ 12 ਘੰਟਿਆਂ ਦੇ ਵਿੱਚ ਲਿਸਟ ਆ ਸਕਦੀ ਹੈ।
ਇੱਥੇ ਵੀ ਵਰਗੀਕਰਨ ਹੋ ਜਿਹੜੇ ਲੋੜਵੰਦ ਨੇ, ਐਕਚੁਅਲੀ ਰੰਧਾਵਾ ਦਾ ਪੁੱਛਣਾ ਮਤਲਬ ਜਿਹੜੇ ਲੋੜਵੰਦ ਨੇ ਉਹਨਾਂ ਦਾ ਵਰਗੀਕਰਨ ਕਿਵੇਂ ਕੀਤਾ ਜਾਵੇ। ਇੱਕ ਦੋਨਾਂ ਲਈ ਸਵਾਲ ਹੈ। ਹੁਣ ਕਈ ਵਾਰੀ ਨਾ ਮੈਂ ਆਪ ਹੈਰਾਨ ਹੋ ਜਾਂਦਾ ਹੈ, ਉਹ ਗੱਡੀਆਂ ਜਿਹੜੀਆਂ ਕਿਤੇ ਪੂਰੀ ਦੁਨੀਆ ਦੇ ਨਕਸ਼ੇ ਤੇ ਨਹੀਂ ਵੇਖੀਆਂ ਹੁੰਦੀਆਂ, ਸਾਡੇ ਸਿੰਗਰਸ ਉਹਨਾਂ ਨੂੰ ਫਿਲਮਾ ਰਹੇ ਹੁੰਦੇ ਆ, ਤੇ ਜਿੰਨੇ ਖੂਬਸੂਰਤ ਲਿਬਾਸ ਤੇ ਜਿੰਨੇ ਵਧੀਆ ਘਰ ਆਲੀਸ਼ਾਨ ਤੇ ਜੋ ਦਿਖਾਇਆ ਜਾਂਦਾ, ਕਈ ਤਾਂ ਵੱਡੇ ਵੱਡੇ ਫਾਰਮ ਹਾਊਸ ਦੇ ਵਿੱਚ ਮੰਜੇ ਤੇ ਬਹਿ ਕੇ ਫੋਟੋਆਂ ਵੀ ਪਾਉਂਦੇ ਆ, ਤੇ ਉਹਨੂੰ ਦੇਖ ਕੇ ਇੰਝ ਲੱਗਦਾ ਯਾਰ ਸਾਡੇ ਕਲਾਕਾਰ ਤਾਂ ਜਿਹੜੇ ਆ ਇਹ ਸਵਰਗ 'ਚ ਬੈਠੇ ਆ। ਸਾਡੇ ਜਿਹੜੇ ਗਾਉਣ ਵਾਲੇ ਆ ਤੇ ਫਿਲਮਾਂ 'ਚ ਵੀ ਹੁਣ ਤਾਂ ਸੁੱਖ ਨਾਲ ਵਾਹਵਾ ਚਲੇ ਗਏ, ਇਹ ਤਾਂ ਜਲਵਾਗਰ ਨੇ। ਔਰ ਜਿਹੜੀ ਜ਼ਿੰਦਗੀ ਤੁਸੀਂ ਪੰਜਾਬ ਦੀ ਦਿਖਾਉਂਦੇ ਵੀ ਹੋ, ਇਹ ਵੀ ਇੱਕ ਦੁਖਾਂਤ ਹੈ। ਸੁਪਨਾ ਤਾਂ ਤੁਸੀਂ ਬੀਜ ਦਿੰਦੇ ਹੋ, ਉਹ ਕਿਤੇ ਜ਼ਮੀਨ ਤੇ ਲੱਭਦਾ ਨਹੀਂ। ਬੜੇ ਦੁਖੀ ਹੋਈਦਾ ਕਿਤੇ ਕਿਤੇ। ਮੈਨੂੰ ਵੀ ਲੱਗਦਾ ਯਾਰ ਅਸੀਂ ਵੀ ਪਿੰਡਾਂ 'ਚ ਆਉਂਦੇ ਹਾਂ, ਅਸੀਂ ਵੀ ਕਿਸਾਨੀ ਕਰਦੇ ਹਾਂ, ਜੱਟ ਜੁੱਟ ਅਸੀਂ ਵੀ। ਜੱਟ ਦੀ ਜਿਹੜੀ ਤਸਵੀਰ ਤੁਸੀਂ ਵਿਖਾਉਂਦੇ ਹੋ ਮੇਰੀ ਬਣਦੀ ਕਦੇ ਨਹੀਂ ਉਦਾਂ ਦੀ। ਨਹੀਂ ਗੱਲ ਪਤਾ ਕੀ ਰੰਧਾਵਾ ਸਾਹਿਬ, ਜਿਵੇਂ ਨਾ ਪਿੱਛੇ ਪ੍ਰਾਪਰਟੀ ਦਾ ਕੰਮ ਚੱਲਿਆ, ਉਹਦੇ ਵਿੱਚ ਨਾ ਇਨਵੈਸਟਰ ਆ ਗਏ ਪ੍ਰਾਪਰਟੀ ਦੇ ਵਿੱਚ, ਲੋਕਾਂ ਨੇ ਇਨਵੈਸਟ ਕੀਤਾ, ਉਹ ਪਲਾਟ ਵੇਚੇ ਗਾਂ ਤੋਂ ਗਾਂ। ਹੁਣ ਮਿਊਜ਼ਿਕ ਇੰਡਸਟਰੀ ਦੇ ਵਿੱਚ ਵੀ ਇਨਵੈਸਟਰ ਆ ਗਏ। ਜਿਹੜੇ ਕਲਾਕਾਰ ਮੋਸਟਲੀ ਕਲਾਕਾਰ ਨੇ, ਜਿਹੜੇ ਤੁਸੀਂ ਜੇ ਹਿੱਟ ਕਲਾਕਾਰ ਗਿਣ ਲੱਗ ਜਾਓ, ਤੇ ਮੈਨੂੰ ਲੱਗਦਾ ਉਹਦੇ ਵਿੱਚੋਂ 80% ਕਲਾਕਾਰ ਬਾਉਂਡ ਨੇ ਕਿਸੇ ਨਾ ਕਿਸੇ ਇਨਵੈਸਟਰ ਦੇ ਨਾਲ। ਉਹ ਆਪਦੇ ਪੱਲੇ ਤਾਂ, ਕਿਉਂਕਿ ਅਸੀਂ ਪਰਸਨਲੀ ਮੈਂ ਕਲਾਕਾਰਾਂ ਨੂੰ ਜਾਣਦਾ, ਉਹਨਾਂ ਦੇ ਹਾਲਾਤ ਮੈਂ ਜਾਣਦਾ ਵੀ ਉਹਨਾਂ ਦੀ ਆਰਥਿਕਤਾ ਕਿੱਦਾਂ ਦੀ ਹੈ। ਉਹ ਫਿਰ ਜਦੋਂ ਜਿਹੜੇ ਇਨਵੈਸਟਰ ਨੇ ਉਹ ਵੀਡੀਓ, ਉਹਨਾਂ ਨੇ ਉਹਨੂੰ ਵੇਚਣਾ ਹੁੰਦਾ ਅੱਗੇ, ਉਹਦੇ ਸੈਲਰ ਨੇ, ਉਹਨੇ ਵੇਚਣਾ ਉਹਨੂੰ। ਬੜਾ ਉਹ ਇੱਕ 5 ਮਿੰਟ ਦੀ ਫੇਕ ਲਾਈਫ ਆ, ਉਹ ਰਿਐਲਿਟੀ ਨਹੀਂ ਹੈ, ਉਹ ਫੇਕ ਲਾਈਫ ਹੈ। ਵੀ ਉਹਨੇ ਚਿੱਟਾ ਕੋਟ ਪੈਂਟ ਪਾਇਆ, ਰੇਬਾਂ ਦੀਆਂ ਐਨਕਾਂ ਲਾਈਆਂ, ਉਹਨੇ ਪਿੱਛੇ ਰੇਂਜ ਰੋਵਰ ਗੱਡੀ ਖੜੀ ਆ, ਉਹ ਇੱਕ ਫਿਲਮਾਂਕਣ ਹੈ। ਉਹ 3, 4, 5 ਲੱਖ ਰੁਪਇਆ ਲਾ ਕੇ ਉਹ ਰੇਂਜ ਰੋਵਰ ਵਿੱਚ, ਉਹਦੇ ਭਾਵੇਂ ਇੰਜਣ ਬਣਾ ਹੋਵੇ ਰੇਂਜ ਰੋਵਰ ਦੇ ਵਿੱਚ, ਉਹ ਫਿਲਮਾ ਕੇ ਉਹ ਚੈਨਲ ਤੇ ਦਿਖਾਉਣਾ। ਇਹਦਾ ਇੱਕ ਦੁਖਾਂਤ ਆ ਬਹੁਤ ਵੱਡਾ। ਇੱਕ ਤਾਂ ਉਹ ਇੱਕ ਭਰਮ ਪਾ ਦਿੰਦੇ ਨੇ ਉਸ ਕਲਾਕਾਰ ਨੂੰ ਵੀ, ਮੈਂ ਪਤਾ ਨਹੀਂ ਜਦੋਂ ਆਪਦੇ ਆਪ ਨੂੰ ਚੈਨਲ ਤੇ ਦੇਖਦਾ ਵੀ ਮੈਂ ਤਾਂ ਬਹੁਤ ਵੱਡਾ ਬਣ ਗਿਆ, ਲੋਕ ਨੂੰ ਉਸ ਨਜ਼ਰੀਏ ਨਾਲ ਦੇਖਣ ਲੱਗਦੇ ਨੇ। ਐਕਚੁਅਲੀ ਚ ਉਹ ਹੁੰਦਾ ਨਹੀਂ, ਉਹ ਰਿਐਲਿਟੀ ਨਹੀਂ ਹੈ। ਤੇ ਦੂਸਰਾ, ਇਹ ਸਾਡੇ ਯੂਥ ਦੇ ਉੱਪਰ ਬੜਾ, ਜਿਵੇਂ ਬਿੱਟੂ ਜੀ ਨੇ ਕਿਹਾ, ਬਹੁਤ ਮਾੜਾ ਪ੍ਰਭਾਵ ਪਾਉਂਦਾ। ਉਹ ਸਾਡੇ ਜਦੋਂ ਨੌਜਵਾਨ ਉਹਨੂੰ ਵਰਗ ਦੇਖਦਾ, ਇਸੇ ਕਰਕੇ ਕਲਾਕਾਰੀ ਲਾਈਨ ਚ ਅੱਜ ਬਹੁਤ ਗਿਣਤੀ ਵੱਧ ਰਹੀ ਹੈ। ਉਹ ਸੋਚਦਾ ਵੀ ਕਲਾਕਾਰ ਦੇ ਲਾਈਫ ਹੀ ਬੜੀ ਲਗਜ਼ਰੀ ਆ, ਇੱਕ ਏਡੀ ਵੱਡੀ ਗੱਡੀ ਪਿੱਛੇ ਖੜੀ ਆ, ਚਿੱਟਾ ਕੋਟ ਪੈਂਟ ਪਾਇਆ, 8-10 ਸਾਲ ਵਾਲੇ ਗਨਮੈਨ ਖੜੇ ਨੇ, ਪਤਾ ਨਹੀਂ ਅਸਲ ਚ ਇਹ ਏਦਾਂ ਹੀ ਵਿਚਰਦਾ। ਜਦੋਂ ਐਕਚੁਅਲ ਚ ਤੁਸੀਂ ਦੇਖੇਂਗੇ ਉਹ ਫਿਰ ਪਿੱਛੇ ਜਿਵੇਂ ਕਈ ਖੁਦਕਸ਼ੀਆਂ ਵੀ ਕੀਤੀਆਂ। ਮੈਂ ਤੁਹਾਨੂੰ ਅੱਜ ਰੰਧਾਵਾ ਸਾਹਿਬ, ਆਪਾਂ ਆਉਣ ਦੀ ਰਿਕਾਰਡ, ਮੈਂ ਆਪਣੇ ਇੰਟਰਵਿਊ 'ਚ ਗੱਲ ਕਹਿ ਰਿਹਾ, ਜੇ ਏਦਾਂ ਦੇ ਹੀ ਹਾਲਾਤ ਰਹੇ ਤਾਂ ਤੁਸੀਂ ਦੇਖ ਲਓ, ਜਿਵੇਂ ਸਾਡੇ ਕਰਜ਼ੇ ਤੋਂ ਤੰਗ ਹੋ ਕੇ ਸਾਡੇ ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਸਾਡੇ ਜਿਹੜੇ ਏਦਾਂ ਦੇ ਫੇਕ ਲਾਈਫ ਜਿਉਂ ਰਹੇ ਕਲਾਕਾਰ ਨੇ, ਜਿਹੜੇ ਗਰਾਊਂਡ ਨਾਲ ਨਹੀਂ ਜੁੜੇ ਹੋਏ, ਆਉਣ ਵਾਲੇ ਸਮੇਂ 'ਚ ਇਹ ਕਲਾਕਾਰ ਤੁਹਾਨੂੰ ਮੈਂ ਖੁਦਕਸ਼ੀਆਂ ਕਰਦੇ ਦਿਖਾ ਦੂੰਗਾ। ਕਿਉਂਕਿ ਹਰ ਬੰਦੇ ਨੂੰ, ਜਿਵੇਂ ਸਿਆਣਿਆਂ ਦਾ ਬੜਾ ਕਥਨ ਹੈ ਵੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨੇ। ਇਹ ਚਾਦਰਾਂ ਪੈਰ ਜਦੋਂ ਬਾਹਰ ਨਿਕਲਦੇ ਨੇ ਤੇ ਬੰਦਾ ਫਿਰ ਆਪੇ ਤੋਂ ਬਾਹਰ ਹੋ ਜਾਂਦਾ। ਉਹ ਇੱਕ 5 ਮਿੰਟ ਦਾ ਉਹ ਗਾਣਾ, ਉਹ ਰਿਐਲਿਟੀ ਨਹੀਂ ਹੈ। ਬਿੱਟੂ ਜੀ ਸਾਨੂੰ ਖੰਨੇ ਦੇ ਦਰਸ਼ਨ ਕਰਾ ਰਹੇ ਆ, ਇਹਨਾਂ ਦੀ ਲਾਈਟ ਜਾ ਰਹੀ ਹੈ, ਬਾਹਰ ਸੀਗੇ ਓਪਨ ਦੇ ਵਿੱਚ। ਬਿੱਟੂ ਜੀ ਦੀ ਲਾਸਟ ਗੱਲ ਸੁਣ ਲਈਏ। ਮੈਂ ਇਸ ਗੱਲ ਨੂੰ ਹੋਰ ਤਰ੍ਹਾਂ ਲੈਣਾ। ਮੈਂ ਅਕਸਰ ਕਹਿ ਦਿਆ ਕਰਦਾ ਵੀ ਕਲਾਕਾਰ ਜਿਹੜੇ ਆ 2 ਤਰ੍ਹਾਂ ਦੇ ਆ। ਇੱਕ ਵਿਰਸੇ ਨੂੰ ਸੰਭਾਲਣ ਵਾਲੇ ਆ, ਇੱਕ ਵਿਰਸੇ ਨੂੰ ਵਿਗਾੜਨ ਵਾਲੇ ਆ। ਕਿਉਂਕਿ ਸਾਡਾ ਜਿਹੜਾ ਯੂਥ ਹੈ ਜਾਂ ਸਾਡਾ ਟੀਨਏਜਰ ਹੈ, ਸਾਡੇ ਬੱਚੇ ਨੇ, ਉਹਨਾਂ ਨੂੰ 8 ਦਿਨ ਜਦੋਂ ਇੱਕ ਟੀਚਰ ਐਸੇ ਪੜ੍ਹਾਉਂਦਾ, ਕੋਈ ਆਪਣਾ ਸਵਾਲ ਪੜ੍ਹਾਉਂਦਾ ਹੈ, 8 ਦਿਨ ਬਾਅਦ ਜੇ ਉਹਦਾ ਪੇਪਰ ਲੈਂਦਾ ਤੇ ਉਹ 8 ਦਿਨ ਬਾਅਦ ਵੀ ਉਹਦੇ ਚੋਂ ਪੂਰੇ ਨੰਬਰ ਨਹੀਂ ਲੈ ਸਕਦਾ ਸ਼ਾਇਦ। ਪਰ ਗੀਤ ਐਵੇਂ ਦੀ ਚੀਜ਼ ਹੈ, ਇਹ ਜਿਹੜਾ ਸਾਡੀ ਲਾਈਨ ਹੈ ਐਵੇਂ ਦੀ ਚੀਜ਼ ਹੈ। ਮੈਂ ਸਮਝਦਾ ਇਹ ਜੇ ਰਾਤ ਨੂੰ ਸਾਡਾ ਗੀਤ ਆਉਂਦਾ, ਜੇ ਅੱਜ ਆ ਰੈਪ ਸ਼ੈਪ ਦਾ ਜ਼ਮਾਨਾ ਆਇਆ ਤੇ ਬੱਚੇ ਰੈਪ ਸ਼ੈਪ ਬੋਲਦੇ ਹੁੰਦੇ ਆ, ਅੰਗਰੇਜ਼ੀ ਗਾਣੇ ਬੋਲਦੇ ਹੁੰਦੇ ਆ, ਇਹ ਸਾਡੇ ਲਈ ਬੜਾ ਇੱਕ ਘਾਤਕ ਹੈ। ਮੈਂ ਸਮਝਦਾ ਬੜਾ ਘਾਤਕ ਸਾਡੇ ਲਈ। ਇਹ ਕਲਾਕਾਰ 2 ਤਰ੍ਹਾਂ ਦੇ ਨੇ। ਤਾਂ ਮੈਂ ਕਹਿੰਦਾ ਕਿ ਜਿਹੜੇ ਵਿਰਸੇ ਨੂੰ ਸਾਂਭਣ ਵਾਲੇ ਕਲਾਕਾਰ ਨੇ, ਉਹ ਮੇਰੀ ਬੇਨਤੀ ਹੈ ਹੱਥ ਜੋੜ ਕੇ ਸਾਡੇ ਪਬਲਿਕ ਨੂੰ ਵੀ, ਸਾਡੇ ਵੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਵੀ, ਕਿ ਇਹਦੇ ਚੋਂ ਪਹਿਚਾਣੋ ਅਸਲੀ ਕਲਾਕਾਰ ਕੌਣ ਹੈ। ਉਹਨੂੰ ਘੱਟੋ ਘੱਟ ਉਹਨੂੰ ਤਰਜੀਹ ਦਿਓ, ਜਿਹੜਾ ਬੰਦਾ ਵਿਰਸੇ ਨੂੰ ਸੰਭਾਲ ਕੇ ਵਿਰਸੇ ਦੀ ਗੱਲ ਕਰਦਾ, ਤੇ ਜਿਹੜਾ ਬੰਦਾ ਫੋਕੀਆਂ ਫੜਾ ਮਾਰਦਾ ਹੈ, ਤੁਹਾਨੂੰ ਸ਼ੀਸ਼ੇ ਦੇ ਵਿੱਚ ਹੋਰ ਤਰ੍ਹਾਂ ਦੀ ਚਕਾ ਚੌਂਧ ਦਿਖਾਉਂਦਾ ਹੈ 2 ਮਿੰਟ ਲਈ, ਉਹਨਾਂ ਨੂੰ ਨਕਾਰੋ। ਇਹ ਤੁਹਾਡਾ ਭਵਿੱਖ ਖਰਾਬ ਕਰ ਰਹੇ ਨੇ, ਤੁਹਾਡੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਨੇ, ਉਹਨਾਂ ਨੂੰ ਨਕਾਰੋ। ਕਿਉਂਕਿ ਕਲਾਕਾਰ ਜੇ 2 ਤਰ੍ਹਾਂ ਦੇ ਨੇ ਦੋਸਤੋ, ਇਹ ਸਾਡਾ ਬੇੜਾ ਗਰਕ ਕਰਨ ਦੇ ਵਿੱਚ ਵੀ ਇਹਨਾਂ ਦਾ ਬੜਾ ਵੱਡਾ ਰੋਲ ਹੈ। ਕਿਉਂਕਿ ਜਿਨ੍ਹਾਂ ਨੇ ਕੱਪੜੇ ਸੰਭਾਲੇ ਨੇ, ਪਹਿਰਾਵਾ ਸੰਭਾਲਿਆ, ਉਹਨਾਂ ਨੂੰ ਇਹ ਸਾਡੀ ਆਡੀਅנס ਨੇ ਵੀ ਕੰਮ ਨਹੀਂ ਦਿੱਤਾ, ਉਹਨਾਂ ਨੇ ਵੀ ਕਾਰੋਬਾਰ ਨਹੀਂ ਦਿੱਤਾ। ਪਰ ਜਿਨ੍ਹਾਂ ਨੇ
ਕੱਪੜੇ ਉਤਾਰੇ ਨੇ, ਨੰਗੇਜ਼ਵਾਦ ਪਰੋਸਿਆ ਹੈ, ਜਾਂ ਅਸ਼ਲੀਲਤਾ ਪਰੋਸੀ ਹੈ, ਜਾਂ ਮੈਂ ਸਮਝਦਾ ਵੀ ਬੜਾ ਗੰਦਗੀ ਪਰੋਸੀ ਹੈ, ਸਾਡੇ ਸੱਭਿਆਚਾਰ ਦੇ ਵਿੱਚ ਗੰਦ ਭਰਿਆ ਹੈ, ਉਹਨਾਂ ਨੂੰ ਸਾਡੇ ਇਹਨਾਂ ਲੋਕਾਂ ਨੇ ਲੱਖਾਂ ਔਰ ਕਰੋੜਾਂ ਰੁਪਏ ਦੇ ਪ੍ਰੋਗਰਾਮ ਦੇ ਕੇ ਤਾਂ ਹੀ ਦੂਜੇ ਵੀ ਮਗਰ ਉਸੇ ਕੰਮ ਕਰਨ ਲੱਗੇ ਹੈ, ਤਾਂ ਹੀ ਦੂਜੇ ਨਵੇਂ ਕਲਾਕਾਰ ਵੀ ਉਹੀ ਕੁਛ ਕਰਦੇ ਆ। ਜਦੋਂ ਤੁਸੀਂ ਇੱਕ ਨੂੰ ਨਕਾਰ ਦਿਓਗੇ ਤਾਂ ਮਤਲਬ ਨਹੀਂ ਦੂਜੇ ਦੀ ਹਿੰਮਤ ਪੈ ਜਾਵੇ ਉਹ ਕੁਛ ਕਰਨ ਦੀ। ਜੇ ਤੁਸੀਂ ਚੰਗਾ ਵਿਰਸਾ ਗਾਉਣ ਵਾਲੇ ਕਲਾਕਾਰ ਨੂੰ ਪ੍ਰਫੁੱਲਤ ਕਰੋਗੇ, ਉਹਨੂੰ ਪ੍ਰਮੋਟ ਕਰੋਗੇ, ਤਾਂ ਮੇਰਾ ਦਾਅਵਾ ਹੈ ਕਿ ਕੋਈ ਬੁਰਾ ਨਹੀਂ ਹੋਏਗਾ, ਸਾਡਾ ਭਵਿੱਖ ਕਦੇ ਮਾੜਾ ਨਹੀਂ ਜਾਊਗਾ, ਸਾਡੇ ਭਵਿੱਖ ਲਈ ਇਹ ਅੱਛਾ ਹੀ ਹੋਏਗਾ। ਅੱਛੀ ਕਾਮਨਾ ਮੇਰੀ ਹੈ। ਸੁਖੀ ਜੀ, ਜਾਂਦੇ ਜਾਂਦੇ ਕੁਝ ਲਾਈਨਾਂ ਬਸ, ਜੇ ਆਖਰੀ ਸ਼ਬਦ ਕਹਿ ਦਿਓ ਫਿਰ ਖਤਮ ਕਰੀਏ, 35 ਮਿੰਟ ਤੱਕ ਆ ਗਏ ਅਸੀਂ। ਦੇਖੋ ਰੰਧਾਵਾ ਸਾਹਿਬ, ਤੁਹਾਡੇ ਚੈਨਲ ਦੇ ਥਰੂ, ਇਸ ਡਿਬੇਟ ਦੇ ਥਰੂ ਮੇਰੀ ਸਾਡੀ ਸਰਕਾਰਾਂ ਨੂੰ, ਸੱਭਿਆਚਾਰਕ ਮੰਤਰਾਲੇ ਦੇ ਜਿਹੜੇ ਮੰਤਰੀ ਨੇ ਮਾਮਲਿਆਂ ਦੇ ਚਰਨਜੀਤ ਚੰਨੀ ਜੀ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਨੂੰ ਮੇਰੀ ਇਹ ਗੁਜ਼ਾਰਿਸ਼ ਹੈ ਵੀ ਜਿਹੜੇ ਕਲਾਕਾਰ ਨੇ ਉਹ ਵੀ ਸਮਾਜ ਦਾ ਹਿੱਸਾ ਨੇ। ਸਾਡੇ ਕਲਚਰ ਨੂੰ ਪ੍ਰਮੋਟ ਕਰਨ ਦੇ ਵਿੱਚ ਹਰ ਕਲਾਕਾਰ ਨੇ ਆਪਦੇ ਤਰੀਕੇ ਦੇ ਨਾਲ, ਚਾਹੇ ਸਾਡੇ ਲਿਖਾਰੀ ਹੈ, ਚਾਹੇ ਸੰਗੀਤਕਾਰ ਹੈ, ਚਾਹੇ ਸਿੰਗਰ ਹੈ, ਉਹਨੇ ਆਪਦਾ ਯੋਗਦਾਨ ਪਾਇਆ। ਅੱਜ ਬੜੀ ਸੰਕਟਮਈ ਦੌਰ ਦੇ ਵਿੱਚੋਂ ਸਾਡੀ ਮਿਊਜ਼ਿਕ ਇੰਡਸਟਰੀ ਨਿਕਲ ਰਹੀ ਹੈ ਵੀ ਇੱਕ ਤਾਂ ਕਮ ਸੇ ਕਮ ਜਿਹੜੇ ਸਾਡੇ ਸ਼ੂਟਿੰਗਾਂ ਚੱਲਦੀਆਂ ਨੇ, ਜਿਵੇਂ ਪਿੱਛੇ ਗਿੱਪੀ ਗਰੇਵਾਲ ਉਹਨਾਂ ਤੇ ਇੱਕ ਹੋਰ ਜਿੰਮੀ ਸ਼ੇਰਗਿੱਲ ਉਹਨਾਂ ਤੇ, ਵੀ ਉਹ ਜੇ 20 ਬੰਦੇ ਉੱਥੇ ਆਪਦੀ ਸ਼ੂਟਿੰਗ ਕਰ ਰਹੇ ਨੇ, ਵਿਹਲੇ ਨੇ, ਤਾਂ ਤੁਸੀਂ ਉਹ ਜਾ ਕੇ ਉਹਨਾਂ ਤੇ ਪਰਚਾ ਦੇ ਦਿੰਦੇ ਹੋ। ਤੁਹਾਡੇ ਇੱਥੇ ਲੀਡਰ ਵੱਡੀਆਂ ਰੈਲੀਆਂ ਵੀ ਕਰ ਜਾਂਦੇ ਨੇ, ਇੱਥੇ ਲੜਾਈਆਂ ਵੀ ਹੋ ਜਾਂਦੀਆਂ ਨੇ, ਦੋ ਗਰੁੱਪ ਭਿੜ ਵੀ ਜਾਂਦੇ ਨੇ, ਉੱਥੇ ਬੰਦਾ ਆਪਾਂ ਨੂੰ 100 200 500 ਦਿਖਦਾ ਵੀ ਆ, ਉਹਨਾਂ ਪਰ ਕੋਈ ਪਰਚਾ ਨਹੀਂ ਹੁੰਦਾ। ਇੱਕ ਤਾਂ ਤੁਸੀਂ ਕਲਾਕਾਰਾਂ ਨੂੰ ਇਹ ਜਲੀਲ ਕਰਨਾ ਛੱਡੋ। ਦੂਸਰੀ ਗੱਲ, ਕਲਾਕਾਰਾਂ ਦੇ ਜਿਹੜੀ ਅੱਜ ਬਾਂਹ ਫੜਨ ਦੀ ਲੋੜ ਹੈ, ਕਿਉਂਕਿ ਜੇ ਕਲਚਰ ਮਰ ਗਿਆ, ਸਾਡਾ ਸੰਗੀਤ ਮਰ ਗਿਆ, ਤਾਂ ਸਾਡਾ ਸਮਾਜ ਦਾ ਇੱਕ ਹਿੱਸਾ ਉਹਦੇ ਵਿੱਚੋਂ ਅਲੋਪ ਹੋ ਜਾਊਗਾ। ਅਸੀਂ ਕੱਲ ਨੂੰ ਬਾਂਹ ਖੜੀ ਕਰਕੇ ਕਿਵੇਂ ਕਹਾਂਗੇ ਕਿ ਅਸੀਂ ਪੰਜਾਬ ਦੇ ਰਖਵਾਲੇ ਹਾਂ, ਅਸੀਂ ਪੰਜਾਬੀ ਮਾਂ ਬੋਲੀ ਦੇ ਰਖਵਾਲੇ ਹਾਂ, ਅਸੀਂ ਪੰਜਾਬ ਦੇ ਖੇਤਾਂ ਦੇ ਰਖਵਾਲੇ ਹਾਂ, ਅਸੀਂ ਪੰਜਾਬ ਦੇ ਗੀਤਾਂ ਦੇ ਰਖਵਾਲੇ ਹਾਂ। ਜੇ ਅਸੀਂ ਇਹ ਗੱਲਾਂ ਕੱਲ ਨੂੰ ਸਟੇਜ ਤੇ ਕਹਿਣੀਆਂ ਨੇ ਵੀ ਅਸੀਂ ਜੋ ਸਾਨੂੰ ਪ੍ਰਮਾਤਮਾ ਨੇ ਅਹੁਦਾ ਦਿੱਤਾ ਸੀ, ਅਸੀਂ ਅਹੁਦੇ ਦਾ ਇਸਤੇਮਾਲ ਕਰਕੇ ਸਾਰਿਆਂ ਨੂੰ ਇਨਸਾਫ ਦਿੱਤਾ, ਅੱਜ ਕਲਾਕਾਰਾਂ ਨਾਲ ਇਨਸਾਫ ਨਹੀਂ ਹੋ ਰਿਹਾ, ਇਹਨਾਂ ਦੀ ਗੱਲ ਕਿਤੇ ਸੁਣੀ ਨਹੀਂ ਜਾ ਰਹੀ। ਅਸੀਂ ਪੂਰੀ ਭਾਈਦੌੜ ਕਰਕੇ ਦੇਖ ਲਈ, ਮੰਤਰੀਆਂ ਨੂੰ ਮਿਲ ਕੇ ਦੇਖ ਲਿਆ, ਸਾਨੂੰ ਕੁਝ ਨਹੀਂ ਮਿਲਿਆ। ਅੱਜ ਵੀ ਜੇ ਤੁਸੀਂ ਸਾਡੀ ਗੱਲ ਸਰਕਾਰੇ ਦੁਆਰੇ ਪਹੁੰਚਾਵੋ ਵੀ ਜਿਹੜੇ ਸਾਡੇ ਲੋੜਵੰਦ ਕਲਾਕਾਰ ਨੇ, ਸਾਜੀ ਨੇ, ਜਿੰਨੇ ਵੀ ਕੁਛ ਨਾ ਕੁਛ, ਜੇ ਕਿਸੇ ਤਰ੍ਹਾਂ ਦੀ ਮਾਈਕ ਸਹਾਇਤਾ ਇਹਨਾਂ ਦੀ ਹੋ ਸਕਦੀ ਹੈ ਤਾਂ ਹੋਣੀ ਚਾਹੀਦੀ ਹੈ। ਵਾਕਈ ਲੋਰੀਆਂ ਤੋਂ ਅਲਾਉਣੀਆਂ ਤੱਕ ਦਾ ਸਫ਼ਰ ਤੈਅ ਹੁੰਦਾ। ਅਸੀਂ ਜਦੋਂ ਘਰਾਂ ਤੋਂ ਨਿਕਲਦੇ ਕੰਮਕਾਜ ਨੂੰ, ਤੇ ਗੱਡੀ ਦੇ ਵਿੱਚ ਸੰਗੀਤ ਸਾਥੀ ਹੁੰਦਾ। ਜਦੋਂ ਮੂਡ ਸਵਿੰਗਸ ਹੁੰਦੇ ਆ, ਕਦੇ ਤੁਸੀਂ ਉਦਾਸ ਸੁਣ ਲੈਂਦੇ ਹੋ, ਕਦੇ ਤੁਸੀਂ ਨੱਚ ਟੱਪ ਲੈਂਦੇ ਹੋ। ਤੁਹਾਡੇ ਬਿਨਾਂ ਸਮਾਜ ਨਹੀਂ ਗਾ, ਐਵੇਂ ਰੁੱਖਾ ਜਿਹਾ, ਫਿੱਕਾ ਬਕਬਕਾ ਜਿਹਾ। ਮੈਨੂੰ ਲੱਗਦਾ ਹੈ ਸਾਰਿਆਂ ਨੂੰ ਚਾਹੀਦਾ ਰਲ ਮਿਲ ਕੇ ਇੱਥੇ ਜਿੰਨਾ ਕੁ ਪ੍ਰੈਸ਼ਰ ਬਿਲਡ ਕਰ ਸਕਣ ਕਿ ਜਿਹੜੇ ਕਲਾਕਾਰ ਨੇ, ਕਲਾਕਾਰ ਹੀ ਫੈਸਲਾ ਕਰਨ ਕਿ ਕਿਹਨਾਂ ਨੂੰ ਲੋੜ ਆ, ਕਿਹਨਾਂ ਦੀ ਮਦਦ ਹੋਵੇ। ਗਵਰਨਮੈਂਟ ਆਪਣੇ ਪੱਧਰ ਤੇ ਕਿਵੇਂ ਕਰ ਸਕਦੀ ਆ, ਜਿਹੜੀਆਂ ਵੀ ਜਥੇਬੰਦੀਆਂ ਜਾਂ ਜਿਹੜੀਆਂ ਆਰਗੇਨਾਈਜੇਸ਼ਨ, ਪੰਜਾਬੀ ਸਾਹਿਤ ਅਕੈਡਮੀ ਆ, ਜਿਵੇਂ ਪਾਤਰ ਸਾਹਿਬ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸਾਰਾ ਉਹ ਸੈਟਅਪ ਆ, ਉਹਨੂੰ ਸਾਰੇ ਨੂੰ ਧਿਆਨ 'ਚ ਰੱਖ ਕੇ ਜੇ ਕੁਝ ਹੋ ਸਕੇ, ਅਸੀਂ ਤਾਂ ਗੁਜ਼ਾਰਿਸ਼ ਜਿਵੇਂ ਸੁੱਖੀ ਜੀ ਨੇ ਕੀਤੀ ਆ, ਤਰਲਾ ਹੀ ਮਾਰ ਸਕਦੇ ਹਾਂ ਕਿ ਸਾਡੇ ਇਹ ਲੋਕ ਜੀਂਦੇ ਰਹਿਣ ਤੇ ਖੁਸ਼ੀਆਂ ਖੇੜਿਆਂ 'ਚ ਜੀਂਦੇ ਰਹਿਣ, ਫੇਰ ਹੀ ਇਹ ਸਾਨੂੰ ਖੁਸ਼ੀ ਦੇ ਸਕਣਗੇ। ਬਹੁਤ ਮਿਹਰਬਾਨੀ ਬਿੱਟੂ ਜੀ ਔਰ ਸੁੱਖੀ ਜੀ, ਬਹੁਤ ਧੰਨਵਾਦ। ਧੰਨਵਾਦ ਜੀ, ਧੰਨਵਾਦ।